ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਖਾਸ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਤੇ ਅਸੀਂ ਜਿੱਥੇ ਹਰ ਵਾਰੀ ਤੁਹਾਨੂੰ ਸ਼ੋਅ ਦੇ ਵਿੱਚ ਅਪਡੇਟਸ ਦਿੰਨੇ ਆ ਤਾਂ ਕਿ ਤੁਹਾਨੂੰ ਸਭ ਕੁਝ ਪਤਾ ਹੋਵੇ ਕਦੋਂ ਤੁਸੀਂ ਅਪਲਾਈ ਕਰਨਾ ਹੈ, ਕਿਹੜੀ ਗੱਲਾਂ ਦਾ ਧਿਆਨ ਰੱਖਦੇ ਹੋਏ ਅਪਲਾਈ ਕਰਨਾ ਹੈ। ਪਰ ਅੱਜ ਅਸੀਂ ਖਾਸ ਤੌਰ ਤੇ ਇੱਕ ਖਾਸ ਸ਼ੋਅ ਲੈ ਕੇ ਆਏ ਹਾਂ ਕਿਉਂਕਿ ਇਸ ਦੇ ਵਿੱਚ ਅਸੀਂ ਕੁਝ ਪ੍ਰੋਫਾਈਲਸ ਡਿਸਕਸ ਕਰਨ ਜਾ ਰਹੇ ਹਾਂ ਜੋ ਤੁਹਾਡੇ ਵਿੱਚੋਂ ਹੀ ਕਈਆਂ ਨੇ ਸਾਨੂੰ ਆਪਣੀ ਪ੍ਰੋਫਾਈਲਸ ਭੇਜੀਆਂ ਸੀ ਈਮੇਲਸ ਦੇ ਜ਼ਰੀਏ, ਕਮੈਂਟਸ ਦੇ ਜ਼ਰੀਏ। ਸੋ ਅਸੀਂ ਉਹ ਕੁਝ ਪ੍ਰੋਫਾਈਲਸ ਕੱਢੀਆਂ ਨੇ, ਉਹਨਾਂ ਨੂੰ ਡਿਸਕਸ ਕਰਾਂਗੇ ਇਸ ਸ਼ੋਅ ਦੇ ਵਿੱਚ। ਤੇ ਸਾਡੇ ਨਾਲ ਅੱਜ ਸਟੂਡੀਓ ਵਿੱਚ ਅਸੀਂ ਇਨਵਾਈਟ ਕੀਤਾ ਹੋਇਆ ਜੀ ESS ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੈਠੀ ਜੀ ਨੂੰ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਬਿਲਕੁਲ। ਤੇ ਅੱਗੇ ਜਦੋਂ ਜਿੱਥੇ ਅਸੀਂ ਤੁਹਾਡੇ ਤੋਂ ਅਪਡੇਟਸ ਪੁੱਛਦੇ ਹਾਂ, ਲੇਕਿਨ ਅਸੀਂ ਅੱਜ ਖਾਸ ਤੌਰ ਤੇ ਤੁਹਾਨੂੰ ਇਨਵਾਈਟ ਕੀਤਾ ਹੈ ਕਿਉਂਕਿ ਬਹੁਤ ਪ੍ਰੋਫਾਈਲ ਸਾਡੇ ਕੋਲ ਲਗਾਤਾਰ ਸਟੂਡੈਂਟਸ ਦੀ ਆਉਂਦੀਆਂ ਤੇ ਅਸੀਂ ਚਾਹੁੰਦੇ ਹਾਂ ਕਿ ਕੁਝ ਡਿਸਕਸ ਕਰਦੇ ਹਾਂ ਤੁਹਾਡੇ ਨਾਲ ਪ੍ਰੋਫਾਈਲਸ ਤਾਂ ਕਿ ਬਾਕੀ ਸਟੂਡੈਂਟਸ ਵੀ ਰਿਲੇਟ ਕਰ ਸਕਣ, ਸਮਝ ਸਕਣ ਚੀਜ਼ਾਂ ਨੂੰ। ਸੋ ਸਭ ਤੋਂ ਪਹਿਲਾਂ ਜਿਨ੍ਹਾਂ ਦੀ ਪ੍ਰੋਫਾਈਲ ਡਿਸਕਸ ਕਰਨ ਜਾ ਰਹੇ ਹਾਂ ਜੀ, ਅਗਰ ਇਹਨਾਂ ਦੀ ਅਸੀਂ ਸਟੱਡੀਜ਼ ਔਰ ਆਇਲਸ ਦੀ ਗੱਲ ਕਰੀਏ ਤਾਂ ਇਹਨਾਂ ਨੇ ਬੈਚਲਰ ਆਫ ਇੰਜੀਨੀਅਰਿੰਗ ਫਰੋਮ ਚੰਡੀਗੜ੍ਹ ਯੂਨੀਵਰਸਿਟੀ ਕੀਤੀ ਹੋਈ ਹੈ 2020 ਵਿੱਚ ਔਰ ਓਵਰਆਲ 6 ਇੱਕ ਵਿੱਚ 5.5 ਇਹਨਾਂ ਦੇ ਬੈਂਡਸ ਨੇ। 2 ਵਾਰੀ ਇਹਨਾਂ ਦਾ UK ਦਾ ਰਿਫਿਊਜ਼ਲ ਆ ਚੁੱਕਿਆ ਆਲਰੇਡੀ। ਇੱਕ ਵਾਰੀ ਸ਼ਾਰਟ ਟਰਮ ਸਟੂਡੈਂਟ ਵੀਜ਼ਾ ਵਿੱਚ ਅਤੇ ਇੱਕ ਵਾਰੀ ਇਹਨਾਂ ਦਾ ਜੋ ਹੈ ਸਟੱਡੀ ਵੀਜ਼ਾ ਵਿੱਚ ਇਹਨਾਂ ਨੇ ਲਗਾਇਆ ਸੀ। ਤਾਂ ਮਤਲਬ 2 ਵਾਰੀ ਇਹਨਾਂ ਦਾ ਆ ਗਿਆ ਤੇ ਇਹਨਾਂ ਦਾ ਸਵਾਲ ਹੈ ਕਿ ਕੀ ਮੈਂ ਦੁਬਾਰਾ UK ਵਿੱਚ ਅਪਲਾਈ ਕਰ ਸਕਦਾ? ਵੈਲ ਸ਼ੁਰੂਆਤ ਬੜੀ ਟੇਢੇ ਸਵਾਲ ਤੋਂ ਹੋਈ ਹੈ। ਖੈਰ ਇਹ ਬੜਾ ਟਿਪੀਕਲ ਕੁਐਸਚਨ ਹੈ ਤੇ ਬਹੁਤ ਸਾਰੇ ਸਟੂਡੈਂਟ ਜਿਹੜੇ 2018-19 ਦੇ ਵਿੱਚ ਸਟੂਡੈਂਟ ਵਿਜ਼ਿਟਰ ਵੀਜ਼ਾ ਅਪਲਾਈ ਕਰਦੇ ਸੀਗੇ, ਇਹ ਇੰਗਲਿਸ਼ ਦਾ 6 ਮਹੀਨੇ ਦਾ ਕੋਰਸ ਹੁੰਦਾ ਸੀ ਬੇਸਿਕਲੀ, ਜਿਹੜਾ ਵਿਦਆਊਟ ਆਇਲਸ ਬੱਚਾ ਅਪਲਾਈ ਕਰਦਾ ਸੀਗਾ। ਬਹੁਤ ਸਾਰਾ ਬੱਚਿਆਂ ਦਾ ਇਸ ਕੁਐਸਚਨ ਹੋ ਸਕਦਾ ਹੈ ਕਿਉਂਕਿ ਉਸ ਟਾਈਮ ਤੇ ਅੱਛੇ ਖਾਸੇ ਰਿਫਿਊਜ਼ਲ ਆਏ ਸੀਗੇ ਸਟੂਡੈਂਟ ਵਿਜ਼ਿਟਰ ਤੇ। ਉਸ ਤੋਂ ਬਾਅਦ ਜਦ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ, ਮੈਂ ਇਹ ਮੰਨ ਕੇ ਚੱਲ ਰਿਹਾ ਉਸ ਟਾਈਮ ਤੋਂ ਬਾਅਦ ਤੇ ਅੱਜ ਤੁਹਾਡੇ ਹਾਲਾਤਾਂ 'ਚ ਬਦਲਾਵ ਹੈਗਾ। ਹਾਲਾਤਾਂ 'ਚ ਬਦਲਾਵ ਤੋਂ ਮਤਲਬ ਹੈ ਤੁਸੀਂ ਆਪਣੀ ਡਿਗਰੀ ਉਸ ਤੋਂ ਬਾਅਦ ਪੂਰੀ ਕੀਤੀ ਹੈ ਔਰ ਤੁਸੀਂ ਆਪਣੇ ਆਇਲਸ ਦੇ ਵਿੱਚ ਉਹਨੂੰ ਇੰਪਰੂਵ ਕੀਤਾ ਹੈ ਪਿਛਲੀ ਐਪਲੀਕੇਸ਼ਨ ਤੋਂ ਬਾਅਦ। ਹੁਣ ਜੇ ਤੁਹਾਡੇ ਪਿਛਲੇ ਰਿਫਿਊਜ਼ਲ ਨੂੰ 1.5 ਸਾਲ ਹੋ ਗਿਆ ਜੀ ਪਲੱਸ ਐਪਲੀਕੇਸ਼ਨ ਦੇ ਹਾਲਾਤਾਂ 'ਚ ਬਦਲਾਵ ਹੋ ਗਿਆ ਤਾਂ ਡੈਫੀਨੇਟਲੀ ਤੁਸੀਂ UK 'ਚ ਆਉਣ ਵਾਲਾ ਮਈ ਜਾਂ ਸਪਟੈਂਬਰ ਇਨਟੇਕ ਅਪਲਾਈ ਕਰ ਸਕਦੇ ਹੋ। ਹਾਊਐਵਰ ਇੱਕ ਇੱਥੇ ਚੀਜ਼ ਨੂੰ ਧਿਆਨ ਜ਼ਰੂਰ ਰੱਖਣਾ ਜੀ, ਜਦ ਤੁਸੀਂ ਐਪਲੀਕੇਸ਼ਨ ਯੂਨੀਵਰਸਿਟੀ ਨੂੰ ਲਾਣਾ ਹੈ ਜਾਂ ਈਵਨ ਐਮਬੈਸੀ ਨੂੰ ਲਾਣਾ ਹੈ, ਉਹਨਾਂ ਨੂੰ ਉਹ ਚੇਂਜ ਇਨ ਸਰਕਮਸਟੈਂਸਿਸ ਜ਼ਰੂਰ ਹਾਈਲਾਈਟ ਕਰਨੇ ਨੇ ਕਿਉਂਕਿ ਉਹਨਾਂ ਦੀ ਅਜ਼ੰਪਸ਼ਨ ਹੋਣੀ ਹੈ ਇੱਕ ਵਾਰ ਰਿਫਿਊਜ਼ਲ ਹੈ ਜਾਂ 2 ਵਾਰ ਰਿਫਿਊਜ਼ਲ ਹੈ, ਇਹ ਜੈਨੂਇਨ ਬੱਚਾ ਹੈ ਹੀ ਨਹੀਂ ਹੈਗਾ, UK ਦੇ ਮਗਰ ਹੀ ਪਿਆ ਹੋਇਆ। ਪਰ ਉਹਨਾਂ ਨੂੰ ਹਾਈਲਾਈਟ ਜ਼ਰੂਰ ਕਰਨਾ ਪਿਛਲੀ ਐਪਲੀਕੇਸ਼ਨ ਤੋਂ ਬਾਅਦ ਤੁਸੀਂ 1.5 ਸਾਲ, ਆਈ ਐਮ ਅਜ਼ਿਊਮਿੰਗ 1.5 ਸਾਲ ਦਾ ਗੈਪ ਹੈ, ਉਹਦੇ ਵਿੱਚ ਕੀ ਸਰਕਮਸਟੈਂਸਿਸ ਚੇਂਜ ਕੀਤੇ, ਕੀ ਆਪਣੀ ਪ੍ਰੋਫਾਈਲ 'ਚ ਵਾਧਾ ਕੀਤਾ ਤੇ ਅੱਜ ਵਾਲੀ ਪ੍ਰੋਫਾਈਲ ਤੁਹਾਡੇ ਲਾਸਟ ਪ੍ਰੋਫਾਈਲ ਤੋਂ ਵੱਖਰੀ ਕਿਉਂ ਹੈ, ਤਾਂ ਵੀਜ਼ਾ ਕੋਈ ਪ੍ਰੋਬਲਮ ਨਹੀਂ ਹੋਣਾ ਚਾਹੀਦਾ। ਜੀ 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 ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਬਾਕੀ ਦਰਸ਼ਕ ਵੀ ਇਹ ਸ਼ੋਅ ਜ਼ਰੂਰ ਸਾਰੇ ਧਿਆਨ ਨਾਲ ਵੇਖੋ ਕਿਉਂਕਿ ਅੱਜ ਡਿਫਰੈਂਟ ਅਸੀਂ ਪ੍ਰੋਫਾਈਲਸ ਡਿਸਕਸ ਕਰਨੀ ਹੈ। UK, ਆਸਟ੍ਰੇਲੀਆ, ਕੈਨੇਡਾ ਸਭ ਦੇ ਲਈ ਪ੍ਰੋਫਾਈਲਸ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਤੁਹਾਡਾ ਵੀ ਸਵਾਲ ਹੋਵੇ ਤਾਂ ਜੋ ਨੰਬਰ ਡਿਸਪਲੇ ਹੋ ਰਿਹਾ ਤੁਸੀਂ ਕਾਲ ਕਰਕੇ ਵੀ ਜਾਂ ਫਿਰ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਵੀ ਜਵਾਬ ਲੈ ਸਕਦੇ ਹੋ ਕਿਉਂਕਿ ESS ਗਲੋਬਲ ਦੀ ਪੂਰੀ ਟੀਮ ਹਮੇਸ਼ਾ ਤਿਆਰ ਰਹਿੰਦੀ ਹੈ ਤੁਹਾਡਾ ਕੋਈ ਵੀ ਸਵਾਲ ਹੋਵੇ ਉਸਦਾ ਜਵਾਬ ਦੇਣ ਲਈ। ਅਗਲੀ ਪ੍ਰੋਫਾਈਲ ਮੈਂ ਡਿਸਕਸ ਕਰਨਾ ਚਾਹੂੰਗੀ। ਇਹ ਜਿਹੜੇ ਸਟੂਡੈਂਟ ਨੇ ਇਹਨਾਂ ਨੇ ਜਿਹੜੀ BA ਆਪਣੀ 2018 ਵਿੱਚ ਕੀਤੀ ਹੈ GNDU ਤੋਂ ਔਰ ਅਗਰ ਆਪਾਂ ਇਹਨਾਂ ਦੇ ਆਇਲ ਸਕੋਰ ਦੀ ਗੱਲ ਕਰੀਏ ਤਾਂ ਓਵਰਆਲ ਇਹਨਾਂ ਦੇ 6 ਬੈਂਡ ਨੇ, ਇੱਕ ਵਿੱਚ 5.5 ਨੇ। ਤੇ ਇਹ ਪੁੱਛਣਾ ਚਾਹ ਰਹੇ ਨੇ ਕਿ ਮੈਂ ਕੈਨੇਡਾ ਲਈ ਅਪਲਾਈ ਕਰ ਸਕਦਾ? 2018 ਵਿੱਚ ਇਹਨਾਂ ਨੇ BA ਕੀਤੀ ਹੈ। ਵੈਲ ਅੱਜ ਵੀ ਇਹ ਸਵਾਲ ਆਣਾ ਜਿੱਥੇ 1.5 ਬੈਂਡ ਹੈ ਤੇ ਉਮੀਦ ਰੱਖਣਾ, ਉਹ ਕਹਾਵਤ ਬਿਲਕੁਲ ਸਹੀ ਕਰ ਦਿੰਦੀ ਹੈ, ਉਮੀਦ ਤੇ ਦੁਨੀਆ ਕਾਇਮ ਹੈ। ਵੈਲ ਪ੍ਰੈਕਟੀਕਲੀ ਐਂਡ ਲੌਜੀਕਲੀ ਅੱਜ ਦਾ ਟਾਈਮ 1.5 ਦਾ ਨਹੀਂ ਹੈਗਾ। ਤੁਸੀਂ ਜੇ ਕੈਨੇਡਾ ਅਪਲਾਈ ਕਰਨਾ ਹੈ, ਉਹਨਾਂ ਜਦ ਮੈਂ ਕਾਉਂਸਲਿੰਗ ਕਰਦਾ ਤਾਂ ਇਹੋ ਜਿਹੀ ਕੋਈ ਪ੍ਰੋਫਾਈਲ ਆਉਂਦੀ ਹੈ, ਮੈਂ ਸਿੰਪਲ ਕਹਿੰਦਾ ਪੜਾਸ ਕੱਢਣੀ ਹੈ ਮਿੱਤਰਾ, ਇੱਕ ਵਾਰ ਜ਼ਰੂਰ ਲਾ ਲੈ। ਪਰ ਅੱਜ ਦਾ ਕਾਨੂੰਨ, ਹਾਲਾਤ ਤੇ ਲੌਜਿਕ ਉਹਨੂੰ ਸਪੋਰਟ ਨਹੀਂ ਕਰਦੇ। ਹੁਣ ਤੁਸੀਂ BA ਕੀਤੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਜਿਹੜੀ ਕਿ ਸੈਕਸ਼ਨ 1 ਯੂਨੀਵਰਸਿਟੀ ਹੈ ਆਸਟ੍ਰੇਲੀਆ ਦੇ ਪੈਰਾਮੀਟਰ ਤੇ ਔਰ NARIC ਦੇ ਵਿੱਚ 5 ਸਟਾਰ ਰੇਟਿੰਗ ਰੱਖਦੀ ਹੈ। ਇਹ ਤੁਸੀਂ ਓਵਰਆਲ 6, 1 5.5 ਹੈ, 2 5.5 ਹੈ, BA ਪਾਸ ਆਊਟ ਕਰਨ ਤੋਂ ਬਾਅਦ ਅੱਜ ਆਸਟ੍ਰੇਲੀਆ ਐਂਡ UK ਦੇ ਵਿੱਚ ਇਹ ਪ੍ਰੋਫਾਈਲ ਨੂੰ ਲੈ ਕੇ ਜਾ ਸਕਦੇ ਹੋ। ਜੇ ਕੈਨੇਡਾ ਨਾਲ ਹੀ ਬਹੁਤ ਜ਼ਿਆਦਾ ਪਿਆਰ ਹੈ ਤਾਂ ਇੱਕ ਵਾਰ ਆਇਲਸ ਜ਼ਰੂਰ ਰਿਪੀਟ ਕਰੋ ਕਿਉਂਕਿ 1 5.5 ਨਾਲ ਤੁਸੀਂ ਸਿਰਫ ਆਪਣੀ ਪ੍ਰੋਫਾਈਲ ਖਰਾਬ ਕਰਾਓਗੇ ਰਿਫਿਊਜ਼ਲ ਲੈ ਕੇ। ਜੀ 1 5.5 ਦਾ ਬੇਸਿਕ ਸਟੋਰੀ ਕੀ ਹੈ? ਕੋਈ ਕਹਿੰਦਾ ਬੈਕਲੌਗ ਬਹੁਤ ਜ਼ਿਆਦਾ ਹੈ, ਉਹ ਬੈਸਟ ਆਫ ਦਾ ਬੈਸਟ ਪ੍ਰੋਫਾਈਲਾਂ ਕੱਢਣਗੇ। ਕੋਈ ਕਹਿੰਦਾ ਆਰਟੀਫਿਸ਼ੀਅਲ ਇੰਟੈਲੀਜੈਂਸ 1 5.5 ਨੂੰ ਸਾਈਡ ਕਰਦੀ ਪਈ ਹੈ। ਆਪਣੀ ਥਿਓਰੀਜ਼ ਹੈ। ਇਹਨੂੰ ਮੈਂ ਸਿੰਪਲ ਲੌਜਿਕ ਨਾਲ ਲਾ ਕੇ ਚੱਲਦਾ। ਜੇ 100 ਪ੍ਰੋਫਾਈਲਾਂ 1 5.5 ਵਾਲੀਆਂ ਲੌਜ ਨੇ, 1 ਜਾਂ 2 ਹੀ ਵੀਜ਼ਾ ਲੈ ਕੇ ਆਉਂਦੇ ਪਏ ਨੇ, ਤੇ ਮੇਰੀ ਦੁਨੀਆ 'ਚ ਪਾਵਰ ਆਫ ਅਰਦਾਸ ਹੈ। ਫਾਈਲ ਲਾ ਕੇ ਅਰਦਾਸ ਤੇ ਜ਼ੋਰ ਲਾ ਦਿਓ
ਜੇ 100 ਚੋਂ 2 ਚ ਤੁਸੀਂ ਆਨੇ ਹੋ ਤਾਂ ਬਿਲਕੁਲ ਵੀਜ਼ਾ ਆਏਗਾ, ਨਹੀਂ ਤਾਂ ਲੌਜੀਕਲੀ 6 ਬੈਂਡ ਕਰਕੇ ਹੀ ਅਪਲਾਈ ਕਰੋ ਵੀਜ਼ਾ ਲੈਣ ਵਾਸਤੇ। ਜੀ ਪਰ ਮੈਂ ਇੱਥੇ ਇੱਕ ਸਵਾਲ ਇਹ ਕਰਨਾ ਚਾਹੂੰਗੀ, ਅਸੀਂ ਜ਼ਿਆਦਾਤਰ ਅਸੀਂ ਇਹ ਵੇਖ ਰਹੇ ਹਾਂ ਸਾਡੇ ਪੰਜਾਬ ਵਿੱਚ, ਅਗਰ ਅਸੀਂ ਗੱਲ ਕਰੀਏ ਓਵਰਆਲ 6 ਪਰ ਕਿਸੇ ਨਾ ਕਿਸੇ ਇੱਕ ਉਹਦੇ ਵਿੱਚ ਉਹਨਾਂ ਦੇ ਮੋਡਿਊਲ ਵਿੱਚ 5.5 ਰਹਿ ਜਾਂਦੇ ਨੇ। ਉਹਨਾਂ ਦੀ ਕੁਆਲੀਫਿਕੇਸ਼ਨ ਅਕੈਡਮਿਕਸ ਵਿੱਚ ਪਰਸੈਂਟੇਜ ਵੀ ਵਧੀਆ ਹੁੰਦੀ ਹੈ, ਪਰ ਇੱਥੇ ਆ ਕੇ ਆਇਲਸ ਨੂੰ ਲੈ ਕੇ ਇਹ ਹੋ ਜਾਂਦਾ। ਤਾਂ ਇਹ ਜੀ ਪ੍ਰੋਫਾਈਲਸ ਦਾ ਫਿਰ ਮਤਲਬ ਇਹੀ ਹੱਲ ਹੈ ਕਿ ਦੁਬਾਰਾ ਆਇਲਸ ਕਰਨ? ਦੇਖੋ ਅਨਫੋਰਚੂਨੇਟਲੀ ਹੁੰਦਾ ਕੀ ਹੈ, ਚਾਹੇ ਤੁਸੀਂ ਆਇਲਸ ਤੋਂ ਸ਼ੁਰੂ ਕਰੋ, ਸਟੂਡੈਂਟ ਵੀਜ਼ਾ ਕਾਉਂਸਲਿੰਗ ਚ ਵੀ ਆ ਜਾਈਏ, ਹਰ ਕੋਈ ਨਾ ਐਂਡ ਦੇ ਪ੍ਰੋਸੈਸ ਨੂੰ ਬੜਾ ਜ਼ੋਰ ਲਾਉਂਦਾ ਪਿਆ, ਮੈਨੂੰ 6 ਬੈਂਡ ਈਚ ਹੀ ਚਾਹੀਦੇ ਨੇ। ਹਾਂਜੀ ਹਾਂਜੀ। ਬਟ ਕੋਈ ਪ੍ਰੋਸੈਸ ਨੂੰ ਨਹੀਂ ਦੇਖਦਾ ਉੱਥੇ ਪਹੁੰਚਣਾ ਕਿਵੇਂ ਹੈ। ਹੁਣ ਕਈ ਵਾਰ ਹੁੰਦਾ ਮੇਰੇ ਰੀਡਿੰਗ 5.5 ਹੈ, ਮੈਂ ਦੱਬ ਕੇ ਰੀਡਿੰਗ ਦੀ ਤਿਆਰੀ ਕੀਤੀ, ਰੀਡਿੰਗ 6 ਆ ਗਏ, ਮੇਰੇ ਰਾਈਟਿੰਗ 5.5 ਰਹਿ ਗਏ। ਇਹ ਬੜਾ ਆਮ ਹੁੰਦਾ ਹੈ। ਬਿਲਕੁਲ। ਤੁਸੀਂ ਜਦ ਆਇਲਸ ਦੁਆਰਾ ਰੀਸਿਟ ਕਰਦੇ ਪਏ ਹੋ, ਉਹ ਇੱਕ ਮੋਡਿਊਲ ਦਾ ਆਇਲਸ ਨਹੀਂ ਹੈਗਾ ਜਿਸ 'ਚ 5.5 ਹੈ, ਉਹ ਸਾਰਾ ਹੀ ਪੇਪਰ ਦੁਆਰਾ ਹੈ। ਤੁਹਾਡਾ ਜ਼ੋਰ ਬਾਕੀਆਂ 'ਚ ਵੀ ਓਨਾ ਲੱਗਣਾ ਚਾਹੀਦਾ ਜਿੰਨਾ ਇੱਕ ਮੋਡਿਊਲ 5.5 ਵਿੱਚ ਲੱਗ ਰਿਹਾ। ਠੀਕ ਹੈ। ਕਿਉਂਕਿ ਅਗਲੀ ਵਾਰ ਦੂਜੇ 'ਚ 5.5 ਰਹਿ ਜਾਓਗੇ ਜਾਂ ਤੀਸਰੀ ਵਾਰ ਕਿਸੇ ਹੋਰ 'ਚ ਰਹਿ ਜਾਣਗੇ, ਤੁਸੀਂ ਕਹਿਣਾ ਇਹ ਤਾਂ ਨੰਬਰ ਦਿੰਦੇ ਹੀ ਨਹੀਂ IDP ਜਾਂ ਬ੍ਰਿਟਿਸ਼ ਕਾਉਂਸਲ ਵਾਲੇ, ਇਹ ਤਾਂ ਇਹਨਾਂ ਦੀ ਸਕੀਮ ਚੱਲਦੀ ਪਈ ਹੈ, ਨੰਬਰ ਨਹੀਂ ਦੇਣੇ ਇਹਨਾਂ ਨੇ। ਬਟ ਤੁਸੀਂ ਆਪਣੀ ਤਿਆਰੀ ਜਾਂ ਆਪਣੇ ਪ੍ਰੋਸੈਸ ਤੇ ਜ਼ੋਰ ਲਾਓਗੇ ਤਾਂ ਨੰਬਰ ਬਿਲਕੁਲ ਆਉਂਦੇ ਨੇ। ਜੀ 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 ਬਿਲਕੁਲ। ਸੋ ਮੈਂ ਹੁਣ ਅਗਲੀ ਪ੍ਰੋਫਾਈਲ ਡਿਸਕਸ ਕਰਨਾ ਚਾਹੂੰਗੀ। ਜਿਹੜੇ ਸਟੂਡੈਂਟ ਨੇ, ਇਹਨਾਂ ਨੇ ਬੈਚਲਰ ਆਫ ਸਾਇੰਸ ਕੀਤੀ ਹੈ PU ਤੋਂ, ਔਰ ਇਹਨਾਂ ਦੀ ਅਗਰ ਪਰਸੈਂਟੇਜ ਦੀ ਗੱਲ ਕਰੀਏ ਤਾਂ 61.55% ਹੈ। 2020 ਵਿੱਚ ਇਹਨਾਂ ਨੇ ਆਪਣੀ ਬੈਚਲਰਸ ਕੀਤੀ ਹੈ। ਆਇਲ ਸਕੋਰ ਦੀ ਗੱਲ ਕਰੀਏ ਓਵਰਆਲ 6 ਨੇ, ਇੱਕ 'ਚ ਉਹੀ 5.5 ਹੈ। ਪਰ ਇਹ ਪੁੱਛਣਾ ਚਾਹ ਰਹੇ ਨੇ ਕਿ ਕੀ ਮੈਂ ਆਸਟ੍ਰੇਲੀਆ ਲਈ ਅਪਲਾਈ ਕਰ ਸਕਦਾ ਜਾਂ ਕੈਨੇਡਾ ਲਈ ਅਪਲਾਈ ਕਰ ਸਕਦਾ? ਦੇਖੋ ਕੈਨੇਡਾ ਦਾ ਜਵਾਬ ਤਾਂ ਪਿਛਲੀ ਪ੍ਰੋਫਾਈਲ ਨਾਲ ਮੈਂ ਦੇਤਾ, ਉਹ ਸਿਰਫ ਟਾਈਮ ਵੇਸਟੇਜ, ਪੈਸਾ ਵੇਸਟੇਜ, ਦੋਨਾਂ ਚ ਕੋਈ ਵੀ ਜੇ ਤੁਹਾਡੇ ਕੋਲ ਵਾਧੂ ਹੈ ਤਾਂ ਬਿਲਕੁਲ ਕੈਨੇਡਾ ਅਪਲਾਈ ਕਰੋ। ਵੈਰਐਜ਼ ਇਹ ਪ੍ਰੋਫਾਈਲ ਆਸਟ੍ਰੇਲੀਆ ਵਾਸਤੇ ਡੈਫੀਨੇਟਲੀ ਐਲੀਜੀਬਲ ਹੈਗੀ ਹੈ। ਮੈਂ ਮੰਨ ਕੇ ਚੱਲ ਰਿਹਾ BSc ਮੈਡੀਕਲ ਜਾਂ ਨਾਨ ਮੈਡੀਕਲ ਤੁਹਾਡਾ ਚ ਕੋਈ ਵੀ ਹੋਏਗਾ। ਪੰਜਾਬ ਯੂਨੀਵਰਸਿਟੀ ਸੈਕਸ਼ਨ 1 ਯੂਨੀਵਰਸਿਟੀ ਅਗੇਨ, ਇਹ ਮੈਂ ਸੈਕਸ਼ਨ ਤੇ ਜ਼ੋਰ ਕਿਉਂ ਦਿੰਨਾ ਪਿਆ ਕਿਉਂਕਿ ਜਿੰਨੀਆਂ ਵੀ ਆਪਣੀਆਂ ਸੈਕਸ਼ਨ 1 ਯੂਨੀਵਰਸਿਟੀ ਆਸਟ੍ਰੇਲੀਆ 'ਚ ਹੈ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਵਨ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ, ਇਹ ਤੁਸੀਂ 50% ਲੈ ਕੇ ਵੀ ਓਵਰਆਲ ਗ੍ਰੈਜੂਏਸ਼ਨ 'ਚ ਅਪਲਾਈ ਕਰ ਸਕਦੇ ਹੋ। ਠੀਕ ਹੈ। ਸੈਕਸ਼ਨ 2 ਇੱਕ ਛੋਟਾ ਐਗਜ਼ਾਮਪਲ ਹੈ PTU ਦਾ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਇੱਥੇ 50% ਵਾਲਿਆਂ ਨੂੰ ਐਡਮਿਸ਼ਨ ਡਾਇਰੈਕਟਲੀ ਨਹੀਂ ਮਿਲਦਾ, ਇਹਨਾਂ ਦੀ ਪਰਸੈਂਟੇਜ 55% ਚਾਹੀਦੀ ਹੈ ਜੀ। ਸੈਕਸ਼ਨ 3 ਐਗਜ਼ਾਮਪਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ, ਇੱਥੇ ਤੁਹਾਨੂੰ ਫਸਟ ਡਿਵੀਜ਼ਨ ਹੀ ਚਾਹੀਦੀ ਹੈ ਇੱਥੇ ਮਾਸਟਰਸ ਵਾਸਤੇ ਅਪਲਾਈ ਕਰਨ ਲਈ। ਤਾਂ ਇਹ ਸੈਕਸ਼ਨ 1 ਸੈਕਸ਼ਨ 2 ਦਾ ਟੈਕਨੀਕਲ ਜਿਹੜਾ ਕਲਾਸੀਫਿਕੇਸ਼ਨ ਹੈ ਉਹ ਹੈ ਬੇਸਿਕਲੀ। ਤਾਂ ਤੁਹਾਡੀ ਪੰਜਾਬ ਯੂਨੀਵਰਸਿਟੀ 65% ਆਈ ਬਲੀਵ ਫਸਟ ਡਿਵੀਜ਼ਨ ਹੈਗੀ ਤੁਹਾਡੀ, ਤਾਂ ਡੈਫੀਨੇਟਲੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ ਜੁਲਾਈ ਇਨਟੇਕ ਵਾਸਤੇ। ਓਨਲੀ ਥਿੰਗ ਇਜ਼ ਯੂਨੀਵਰਸਿਟੀ ਉਹ ਦੇਖਣਾ ਜਾਂ ਕੋਰਸ ਉਹ ਦੇਖਣਾ ਜਿੱਥੇ ਐਲੀਕੋਜ਼ ਲੱਗੇਗਾ, ਔਰ ਯੂਨੀਵਰਸਿਟੀ ਉਹ ਦੇਖਣਾ ਜਿੱਥੇ ਓਵਰਆਲ 6 not less than 5.5 ਐਡਮਿਸ਼ਨ ਡਾਇਰੈਕਟਲੀ ਮਾਸਟਰ 'ਚ ਹੁੰਦਾ, ਵਿਚ ਇਜ਼ ਅਗੇਨ ਅ ਟੈਕਨੀਕਲ ਥਿੰਗ। ਯੂਨੀਵਰਸਿਟੀ ਦੀ ਕ੍ਰਾਈਟੇਰੀਆ ਚੈੱਕ ਕਰਕੇ GT ਨੂੰ ਦੇਖਦੇ ਹੋਏ ਅਪਲਾਈ ਕਰਨਾ। ਬਟ ਦਾ ਆਨਸਰ ਟੂ ਯੂਰ ਕੁਐਸਚਨ ਇਜ਼ ਯੈਸ, ਕਰ ਸਕਦੇ ਹੋ ਅਪਲਾਈ ਜੀ। ਠੀਕ ਹੈ, ਅਗਲੀ ਪ੍ਰੋਫਾਈਲ ਡਿਸਕਸ ਕਰ ਲਈਏ। ਇਹਨਾਂ ਦੇ ਅਗਰ ਅਸੀਂ ਅਕੈਡਮਿਕਸ ਦੀ ਗੱਲ ਕਰੀਏ ਤਾਂ 12th ਕੀਤੀ ਇਹਨਾਂ ਨੇ 2019 ਵਿੱਚ, ਪੰਜਾਬ ਬੋਰਡ ਤੋਂ ਕੀਤੀ ਹੋਈ ਆ, ਔਰ ਆਇਲ ਸਕੋਰ ਇਹਨਾਂ ਦਾ ਓਵਰਆਲ 6, ਇੱਕ 'ਚ 5.5 ਹੈ। ਕਨਫਿਊਜ਼ ਨੇ ਕਿ ਮੈਂ ਹੁਣ ਆਸਟ੍ਰੇਲੀਆ ਲਈ ਅਪਲਾਈ ਕਰਾਂ ਜਾਂ ਮੈਂ UK ਲਈ ਅਪਲਾਈ ਕਰਾਂ। ਓਵਰਆਲ ਸਕੋਰ ਕਿੰਨਾ ਦੱਸਿਆ ਤੁਸੀਂ? 6 ਨੇ ਓਵਰਆਲ। ਤੇ ਅਕੈਡਮਿਕ? ਅਕੈਡਮੀ 12th ਕੀਤੀ ਹੈ 2019 ਵਿੱਚ ਪੰਜਾਬ ਬੋਰਡ ਤੋਂ। ਓਕੇ ਜੀ। 2019 ਪਾਸ ਆਊਟ ਹੋ ਜੀ ਤੁਸੀਂ। ਆਸਟ੍ਰੇਲੀਆ 2019 ਨੂੰ ਇਸ ਟਾਈਮ ਕੈਟਰ ਨਹੀਂ ਕਰੇਗਾ ਜੁਲਾਈ ਇਨਟੇਕ ਵਾਸਤੇ। ਇਹ ਜਿਹੜਾ ਫੈਬਰੂਰੀ ਇਨਟੇਕ 2022 ਦਾ ਨਿਕਲਿਆ ਹੈ, ਇਹ ਅਖੀਰਲਾ ਇਨਟੇਕ ਸੀ ਆਸਟ੍ਰੇਲੀਆ ਦਾ, ਜਿਸ ਵਿੱਚ 2019 ਪਾਸ ਆਊਟ ਨੂੰ ਐਂਟਰਟੇਨ ਕਰਦਾ ਸੀਗਾ। ਹਾਊਐਵਰ ਜਦ ਮੈਂ ਇਹ ਕਿਹਾ, ਤੁਹਾਨੂੰ ਬਹੁਤ ਸਾਰੇ ਕਾਲਜਸ ਮਿਲ ਜਾਣਗੇ ਲੀਡਿੰਗ ਟੂ ਡਿਗਰੀ ਵਾਲੇ ਜਿਹੜੇ 2019 ਨੂੰ ਅੱਜ ਵੀ ਲੈਂਦੇ ਪਏ ਨੇ, ਬਟ ਉੱਥੇ ਰੈਸਟ੍ਰਿਕਸ਼ਨ ਕੀ ਆਏਗਾ ਕੋਰਸਿਸ ਦਾ। ਆਪਾਂ ਸਿਰਫ ਸਾਲ ਦੀ ਗੱਲ ਕੀਤੀ ਹੈ, 2019 ਉਹ ਕਾਲਜ ਲੈ ਲਏਗਾ। ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਨਾ, ਐਡਿਥ ਕੋਵਨ ਕਾਲਜ ECC, ਇਹ ਪਰਥ ਵਿੱਚ ਹੈ। ਐਡਿਥ ਕੋਵਨ ਯੂਨੀਵਰਸਿਟੀ ਦਾ ਸਕੂਲ ਹੈਗਾ ਜਿੱਥੇ ਤੁਸੀਂ ਫਸਟ ਈਅਰ ਕਰਦੇ ਹੋ ਜਾਂ ਫਾਊਂਡੇਸ਼ਨ ਕੋਰਸ ਕਰਦੇ ਹੋ, ਉਸ ਤੋਂ ਬਾਅਦ ਤੁਹਾਡਾ ਸੈਕੰਡ ਈਅਰ ਦੇ ਵਿੱਚ ਐਡਮਿਸ਼ਨ ਹੋ ਜਾਂਦਾ ਹੈ। ਹਾਊਐਵਰ ਇਹ ਇਕਲੌਤਾ ਕਾਲਜ ਹੈ ਜਿਹੜਾ 2019 ਪਾਸ ਆਊਟ ਲਏਗਾ ਐਜ਼ ਆਫ ਨਾਓ, ਲਿਮਿਟਿਡ ਫੀਲਡ ਦੇ ਨਾਲ। ਬਟ ਇਹਨਾਂ ਦਾ GT ਕ੍ਰਾਈਟੇਰੀਆ ਸਮਝ ਲਓ, ਕਿਉਂਕਿ ਇਟ ਇਜ਼ ਨਾਟ ਅਬਾਊਟ ਆਫਰ ਲੈਣਾ, ਇਟ ਇਜ਼ ਅਬਾਊਟ GT ਕਲੀਅਰ ਕਰਨਾ। ਤੁਹਾਡੇ ਕੋਲ 3 ਮਹੀਨੇ ਪੁਰਾਣਾ ਫੰਡ ਚਾਹੀਦਾ 20 ਤੋਂ 25 ਲੱਖ ਰੁਪਇਆ। ਜੇ ਨਵਾਂ ਫੰਡ ਹੈ ਤਾਂ ਤੁਸੀਂ ਕਿਤੇ ਨਾ ਕਿਤੇ ਉਹਦਾ ਪ੍ਰੂਫ ਦਿਖਾਣਾ ਹੈ ਪੈਸਾ ਆਇਆ ਕਿੱਥੋਂ ਜੀ। ਹੁਣ ਨਾ ਇਹ ਕੁਐਸਚਨ ਜਦ ਕਾਉਂਸਲਿੰਗ ਹੁੰਦੀ ਹੈ ਤਾਂ ਸਟੂਡੈਂਟ ਕਨਫਿਊਜ਼ ਹੋ ਜਾਂਦਾ, ਪ੍ਰੂਫ ਕੀ ਹੋਏਗਾ। ਛੋਟਾ ਜਿਹਾ ਐਗਜ਼ਾਮਪਲ, ਜੇ ਤੁਹਾਡੇ ਪੇਰੈਂਟਸ ਗਵਰਨਮੈਂਟ EMPLOYE ਨੇ ਜਾਂ ਪ੍ਰਾਈਵੇਟ ਜੌਬ ਕਰਦੇ ਨੇ ਜਾਂ ਖੇਤੀਬਾੜੀ ਹੈ, ਤੁਸੀਂ ਹਰ ਮਹੀਨੇ ਇੱਕ ਲਿਮਿਟਿਡ ਅਮਾਊਂਟ ਬਚਾਉਂਦੇ ਹੋ 10-10 ਹਜ਼ਾਰ ਰੁਪਏ ਦੀ, ਸਡਨਲੀ ਤੁਹਾਡੇ ਖਾਤੇ 'ਚ 25 ਲੱਖ ਰੁਪਏ ਆ ਗਿਆ ਤਾਂ ਕੁਐਸਚਨ ਮਾਰਕ ਤਾਂ ਆਏਗਾ, ਇਹ ਪੈਸਾ ਕਿੱਥੋਂ ਆਇਆ। ਹੁਣ ਉਹ ਪੈਸਾ
25 ਲੱਖ ਰੁਪਇਆ ਜਾਂ ਕੋਈ ਲੋਟਰੀ ਲੱਗੀ ਹੋਏਗੀ ਜਾਂ ਕੋਈ ਇਨਵੈਸਟਮੈਂਟ ਮੈਚਿਓਰ ਹੋਏਗੀ ਜਾਂ ਕੁਝ ਵੇਚਿਆ ਹੋਏਗਾ, ਇਹਨਾਂ ਕਾਰਨਾਂ ਤੋਂ ਐਡੀ ਵੱਡੀ ਅਮਾਊਂਟ ਆਏਗੀ। ਜੇ ਆਪਾਂ ਇਹ ਕਾਰਨਾਂ ਦੇ ਪੇਪਰ ਵਰਕ ਦੇ ਦਿੰਨੇ ਉਹਨਾਂ ਨੂੰ, ਆ ਮੇਰਾ ਜ਼ਮੀਨ ਵੇਚੀ, ਆ ਮੇਰਾ ਰਜਿਸਟਰੀ ਹੈਗੀ ਹੈ, ਬਿਆਨਾ ਨਹੀਂ ਚੱਲਣਾ, ਰਜਿਸਟਰੀ ਹੈਗੀ ਹੈ ਬਕਾਇਦਾ ਜੀ ਜਿਹੜੀ ਵੇਚੀ ਹੈ, ਜਾਂ ਮੇਰਾ ਇਨਵੈਸਟਮੈਂਟ ਸੀਗੇ, ਮੇਰੇ ਕੋਲ ਮਿਊਚੁਅਲ ਫੰਡ ਸੀ, ਆ ਵੇਚੇ ਆ, ਮੇਰੀ ਡੀਮੈਟ ਦੀ ਸਟੇਟਮੈਂਟ ਲੈ ਲਓ। ਵੈਰੀਫਾਈਬਲ ਕਾਰਨਾਂ ਤੋਂ ਕੋਈ ਵੀ ਪੈਸਾ ਆਂਦਾ ਹੈ ਉਹ ਆਸਟ੍ਰੇਲੀਆ ਮੰਨਦਾ ਹੈ, ਸਪੈਸ਼ਲੀ 2019 ਪਾਸ ਆਊਟ ਪ੍ਰੋਫਾਈਲਾਂ ਵਾਸਤੇ। ਤਾਂ ਜੇ ਤੁਹਾਡਾ 2019 ਪਾਸ ਆਊਟ ਹੈ, ਮੇਰੀ ਸਟਰੋਂਗ ਸੁਜੈਸ਼ਨ ਰਹੇਗੀ UK ਅਪਲਾਈ ਕਰੋ, ਕਿਉਂਕਿ UK ਹਜੇ ਵੀ 2019 ਪਾਸ ਆਊਟ ਨੂੰ ਬੈਚਲਰ ਡਿਗਰੀ 'ਚ ਐਡਮਿਸ਼ਨ ਦੇ ਰਿਹਾ ਹੈ, ਕਿਉਂਕਿ UK ਦਾ ਵੀਜ਼ਾ ਆਲਮੋਸਟ 100% ਹੈ ਐਜ਼ ਆਫ ਨਾਓ, ਕਿਉਂਕਿ ਉੱਥੇ ਇੰਟਰਵਿਊਜ਼ ਨਹੀਂ ਹੋ ਰਹੀਆਂ ਹਾਲ ਦੀ ਘੜੀ ਦੇ ਵਿੱਚ, ਜਦ ਮਰਜ਼ੀ ਆ ਸਕਦੀ ਹੈ, ਉਹਨਾਂ ਦਾ ਰੈਗੂਲੇਸ਼ਨ ਹੈ। ਬਟ ਆਸਟ੍ਰੇਲੀਆ ਨਾਲੋਂ 2019 ਪ੍ਰੋਫਾਈਲਾਂ ਜ਼ਿਆਦਾ ਸਿਕਿਉਰ ਨੇ UK ਦੇ ਵਿੱਚ, ਖਰਚਾ ਆਲਮੋਸਟ ਸੇਮ ਹੈ, 15 ਲੱਖ ਰੁਪਏ ਉੱਥੇ ਫੀਸ ਹੈ ਆਸਟ੍ਰੇਲੀਆ ਤੇ 14-15 ਲੱਖ ਰੁਪਏ UK ਦੇ ਵਿੱਚ ਹੈ, ਸਾਰੇ ਪੈਰਾਮੀਟਰ ਇੱਕੋ ਵਰਗੇ ਨੇ। ਬਟ ਆਪਣੀ ਪ੍ਰੋਫਾਈਲ ਨੂੰ ਜਿੰਨੀ ਛੇਤੀ ਐਕਸੈਪਟ ਕਰ ਲਓਗੇ ਨਾ, ਕਿਉਂਕਿ 2019 UK ਵੀ ਅਖੀਰਲਾ ਇਨਟੇਕ ਹੋਏਗਾ, ਫਿਰ ਇਹ ਪ੍ਰੋਫਾਈਲਾਂ ਜਾਣਗੀਆਂ ਸਿੰਗਾਪੁਰ, ਸਾਈਪਰਸ ਵਰਗੇ ਕੰਟਰੀਆਂ ਦੇ ਵਿੱਚ, ਜਾਂ ਇਨਟੇਕ ਨਿਕਲ ਜਾਂਦਾ ਤੁਹਾਡਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਪ੍ਰੋਫਾਈਲ ਮੈਂ ਡਿਸਕਸ ਕਰਨ ਜਾ ਰਹੀ ਹਾਂ ਥੋੜੀ ਡਿਫਰੈਂਟ ਹੈ। ਇਹਨਾਂ ਨੇ 2016 ਦੇ ਵਿੱਚ ਆਪਣਾ ਡਿਪਲੋਮਾ ਕੀਤਾ ਸੀ ਜਨਰਲ ਨਰਸਿੰਗ ਐਂਡ ਮਿਡਵਾਈਫਰੀ ਫਰੋਮ ਪੰਜਾਬ ਨਰਸਿਸ ਰਜਿਸਟ੍ਰੇਸ਼ਨ ਕਾਉਂਸਲ ਤੋਂ, ਔਰ ਅਗਰ ਆਪਾਂ ਇਹਨਾਂ ਦੀ ਪਰਸੈਂਟੇਜ ਦੀ ਗੱਲ ਕਰੀਏ 68% ਹੈ। IELTS ਇਹਨਾਂ ਦੇ ਓਵਰਆਲ 6 ਨੇ, ਲਿਸਨਿੰਗ 'ਚ 6 ਨੇ, ਰੀਡਿੰਗ 'ਚ 7 ਨੇ, ਰਾਈਟਿੰਗ ਤੇ ਸਪੀਕਿੰਗ ਵਿੱਚ 5.5 ਨੇ। ਤੇ ਇਹਨਾਂ ਦਾ ਵਰਕ ਐਕਸਪੀਰੀਅੰਸ ਵੀ ਹੈ ਐਜ਼ ਅ ਸਟਾਫ ਨਰਸ 2016 ਤੋਂ ਲੈ ਕੇ ਹੁਣ ਤੱਕ ਉਹ ਕਰ ਰਹੇ ਨੇ, ਤੇ ਜਾਣਨਾ ਚਾਹ ਰਹੇ ਨੇ ਕਿ ਮੈਂ UK ਜਾਣਾ ਚਾਹੁੰਦੀ ਹਾਂ ਤਾਂ ਮੈਨੂੰ ਕਿਸ ਤਰੀਕੇ ਨਾਲ ਮੈਂ ਅਪਲਾਈ ਕਰਾਂ। ਮੈਂ ਅਸਿਊਮ ਕਰ ਰਿਹਾ ਸਿੰਗਲ ਪ੍ਰੋਫਾਈਲ ਹੈ ਜੀ, ਮੈਰਿਡ ਨਹੀਂ ਹੈਗੇ। ਉਹਦਾ ਮੈਂ ਕਿਉਂ ਕਿਹਾ, ਕਿਉਂਕਿ GNM ਕੀਤੀ ਹੈ ਤਾਂ ਅੰਡਰ ਗ੍ਰੈਜੂਏਟ ਪ੍ਰੋਗਰਾਮ ਵਾਸਤੇ UK ਜਾਣਗੇ ਬੈਚਲਰ, ਤੇ ਉੱਥੇ ਸਪਾਊਸ ਨਹੀਂ ਜਾ ਸਕਦਾ। ਨਾਰਮਲੀ ਹੁੰਦਾ ਕੀ ਹੈ, ਜੇ ਕੋਈ ਵੀ GNM ਨਰਸ ਹੈਗੀ ਹੈ, ਆਫਟਰ ਵਰਕਿੰਗ 3-4 ਇਅਰਸ ਤੋਂ ਬਾਅਦ ਘਰ ਦੇ ਉਹਨਾਂ ਵਿਆਹ ਕਰਾ ਦਿੰਦੇ ਨੇ, ਤੇ ਉਹ ਹਸਬੈਂਡ ਵਾਈਫ ਇਕੱਠੇ ਕਰਨਾ ਚਾਹੁੰਦੇ ਨੇ ਅਪਲਾਈ। ਪਰ ਐਸ ਪਰ ਦਾ ਰੂਲ UK ਦੇ ਵਿੱਚ ਬੈਚਲਰ ਡਿਗਰੀ ਵਾਸਤੇ ਤੁਸੀਂ ਜਿਹੜਾ ਹੈ ਅਪਲਾਈ ਸਪਾਊਸ ਨਾਲ ਨਹੀਂ ਕਰ ਸਕਦੇ, ਉਹ ਤੁਸੀਂ ਸਿੰਗਲ ਹੀ ਜਾਓਗੇ। ਦ ਆਂਸਰ ਟੂ ਯੂਰ ਕੁਐਸਚਨ ਇਜ਼ ਯੈਸ। ਓਨਲੀ ਥਿੰਗ ਇਜ਼ ਤੁਸੀਂ ਆਪਣੇ ਦਿਮਾਗ ਨੂੰ ਇੰਸਟਰਕਸ਼ਨ ਜਾਂ ਐਜੂਕੇਸ਼ਨ ਸਿਸਟਮ ਸਮਝਦੇ ਹੋਏ ਦੋ ਚੀਜ਼ਾਂ ਦਾ ਜਵਾਬ ਦੇਣਾ ਕਿ ਤੁਸੀਂ ਨਰਸਿੰਗ ਕਰਨੀ ਹੈ ਜਾਂ ਪਬਲਿਕ ਹੈਲਥ ਦੇ ਕੋਰਸਿਸ ਕਰਨੇ ਨੇ। ਨਰਸਿੰਗ ਬਹੁਤ ਘੱਟ ਲਿਮਿਟਿਡ ਕਾਲਜਸ 'ਚ ਮਿਲੂਗੀ UK ਦੇ ਵਿੱਚ ਇਹਨਾਂ ਬੈਂਡ ਦੇ ਨਾਲ, ਕਿਉਂਕਿ ਉੱਥੇ RN ਬਣਨ ਵਾਸਤੇ 7 ਬੈਂਡ ਚਾਹੀਦੇ ਆ, 6.5 ਤੋਂ ਉੱਤੇ ਚਾਹੀਦੇ ਨੇ, ਪਰ ਤੁਹਾਡਾ 6 ਨੇ ਨਾ ਬੈਂਡ ਇਹਨਾਂ ਦੇ। ਜੀ ਹਾਂਜੀ। ਤਾਂ ਕਿਤੇ ਨਾ ਕਿਤੇ ਬੜਾ ਲਿਮਿਟੇਸ਼ਨ ਆਫ ਕੋਰਸ ਮਿਲੂਗਾ। ਬੈਚਲਰ ਆਫ ਨਰਸਿੰਗ ਜਨਰਲ ਪ੍ਰੈਕਟਿਸ ਫॉर ਐਗਜ਼ਾਮਪਲ ਇੱਕ ਪਾਰਟਿਕੂਲਰ ਪ੍ਰੋਗਰਾਮ ਹੈ ਸਪਟੈਂਬਰ ਇਨਟੇਕ ਦੇ ਵਿੱਚ, ਮਈ 'ਚੋਂ ਕੋਰਸ ਨਹੀਂ ਹੈਗਾ, ਸਪਟੈਂਬਰ ਇਨਟੇਕ ਦੇ ਵਿੱਚ ਕੋਰਸ ਹੈ। ਔਰ ਪਬਲਿਕ ਹੈਲਥ ਤੁਹਾਨੂੰ ਇਹ ਵੀ ਸਪਟੈਂਬਰ ਇਨਟੇਕ 'ਚ ਮਿਲੂਗਾ, ਤਾਂ ਤੁਸੀਂ ਉਹਦੇ ਵਾਸਤੇ ਅਪਲਾਈ ਕਰ ਸਕਦੇ ਹੋ ਹੁਣੀ। ਹੁਣ ਟੈਕਨੀਕਲੀ 6 ਮਹੀਨੇ ਪਹਿਲਾਂ ਤੁਹਾਨੂੰ ਕੈਸ਼ ਮਿਲ ਸਕਦਾ ਹੈ ਤੇ ਵੀਜ਼ਾ ਅਪਲਾਈ ਕਰ ਸਕਦੇ ਹੋ। ਟਰੈਵਲ 3 ਮਹੀਨੇ ਦੇ ਵਿੱਚ ਹੀ ਕਰਨਾ ਜਦ ਤੁਹਾਡਾ ਵੀਜ਼ਾ ਸਟਾਰਟ ਹੁੰਦਾ, ਤਾਂ ਦਿਸ ਇਜ਼ ਅ ਟੈਕਨੀਕਲ ਐਸਪੈਕਟ ਜਿਹੜਾ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜੀ ਬਿਲਕੁਲ। ਸੋ ਸਾਡੇ ਕੋਲ ਕਈ ਤਰ੍ਹਾਂ ਦੀ ਪ੍ਰੋਫਾਈਲਸ ਆਈਆਂ ਹੋਈਆਂ ਨੇ, ਸਟੂਡੈਂਟਸ ਜੋ ਹੈ ਪੁੱਛਣਾ ਚਾਹ ਰਹੇ ਸੀ, ਸੋ ਅਸੀਂ ਪ੍ਰੋਪਰ ਅੱਜ ਦਾ ਜਿਹੜਾ ਸ਼ੋਅ ਹੈ ਤੁਹਾਡੀ ਪ੍ਰੋਫਾਈਲਸ ਹੀ ਡਿਸਕਸ ਕਰ ਰਹੇ ਹਾਂ, ਤੇ ਉਮੀਦ ਕਰਦੇ ਹਾਂ ਤੁਸੀਂ ਸ਼ੋਅ ਪੂਰਾ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਧਿਆਨ ਨਾਲ ਵੇਖਦੇ ਰਹਿਣਾ, ਕਿਉਂਕਿ ਕਈ ਵਾਰੀ ਪ੍ਰੋਫਾਈਲ ਡਿਸਕਸ ਕਰਦੇ ਤੁਸੀਂ ਖੁਦ ਰਿਲੇਟ ਕਰ ਪਾਉਂਦੇ ਹੋ ਕਿ ਸਾਡੀ ਪ੍ਰੋਫਾਈਲ ਕਿਵੇਂ ਦੀ ਹੈ ਤੇ ਸਾਨੂੰ ਕਿਸ ਤਰ੍ਹਾਂ ਦਾ ਡਿਸੀਜਨ ਲੈਣਾ ਚਾਹੀਦਾ ਹੈ। ਬਾਕੀ ਤੁਸੀਂ ਸਲਾਹ ਲੈਣਾ ਚਾਹੋ ਤਾਂ ESS ਦੀ ਜੋ ਟੀਮ ਹੈ ਉਹ ਹਮੇਸ਼ਾ ਹੀ ਸਟੂਡੈਂਟਸ ਨੂੰ ਸਹੀ ਸਲਾਹ ਦਿੰਦੀ ਹੈ ਤਾਂ ਕਿ ਤੁਸੀਂ ਜੈਨੂਇਨ ਵੇ ਦੇ ਨਾਲ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕੋ। ਅਗਲੀ ਪ੍ਰੋਫਾਈਲ ਦੇਖੀਏ ਤਾਂ ਬਹੁਤ ਹੀ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਸ ਉੱਪਰ ਕੰਮ ਕਰਨਾ ਪਏਗਾ। ਇਹਨਾਂ ਦੀ ਅਗਰ ਅਸੀਂ ਅਕੈਡਮਿਕਸ ਦੀ ਗੱਲ ਕਰ ਲਈਏ, ਇਹਨਾਂ ਨੇ BCA ਕੀਤੀ ਹੈ GNDU ਤੋਂ 2014 ਦੇ ਵਿੱਚ, IELTS ਸਕੋਰ ਓਵਰਆਲ 6 ਨੇ ਇਹਨਾਂ ਦੇ। ਪਰ ਇਹਨਾਂ ਦੀ ਪ੍ਰੋਫਾਈਲ ਦੇ ਵਿੱਚ ਆਪਾਂ ਡਿਸਕਸ ਕਰੀਏ ਤਾਂ ਇਹ ਜੋ ਨਿਊਜ਼ੀਲੈਂਡ ਦੇ ਵਿੱਚ ਸਟੱਡੀ ਵੀਜ਼ਾ ਦੇ ਪਰ ਜਾ ਚੁੱਕੇ ਨੇ 2015 ਤੋਂ 2018 ਦੇ ਵਿੱਚ। ਉਸ ਤੋਂ ਬਾਅਦ ਇਹ ਕੈਨੇਡਾ ਵਿੱਚ ਬੈਨ ਵੀ ਨੇ 2019 ਦੇ ਵਿੱਚ, ਤੇ ਇਸ ਦੇ ਨਾਲ ਇਹਨਾਂ ਦੇ ਜਿਹੜੇ ਸਪਾਊਸ ਨੇ ਉਹ ਨਿਊਜ਼ੀਲੈਂਡ ਦੇ ਵਿੱਚ ਨੇ, ਇਲੀਗਲ ਤੌਰ ਤੇ ਨੇ। ਜੀ ਪਰ ਇਹ ਚਾਹੁੰਦੇ ਨੇ ਕਿ ਮੈਂ ਜੋ ਹੈ ਮੈਂ ਅਪਲਾਈ ਕਰਾਂ UK ਜਾਂ ਆਸਟ੍ਰੇਲੀਆ ਦੇ ਲਈ, ਪਰ ਉਹ ਸਿੰਗਲ ਹੀ ਅਪਲਾਈ ਕਰਨਾ ਚਾਹ ਰਹੇ ਨੇ। ਤੇ ਕੀ ਇੱਥੇ ਫਿਰ ਸਪਾਊਸ ਵੀ ਉਹਨਾਂ ਦੇ ਬਾਅਦ ਵਿੱਚ ਅਪਲਾਈ ਕਰ ਸਕਣਗੇ ਬਾਅਦ ਚ ਇੱਥੇ? ਦਾ ਆਨਸਰ ਇਜ਼ ਯੈਸ, ਕਰ ਸਕਦੇ ਆ ਜੀ, ਬਟ ਇਹ ਪ੍ਰੋਫਾਈਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਧਿਆਨ ਨਾਲ ਦੇਖੋ, ਮਤਲਬ ਜੇ ਇੰਨੀ ਜਗ੍ਹਾ ਤੋਂ ਬੰਦਾ ਰਿਫਿਊਜ਼ ਹੈ ਬਿਲਕੁਲ, ਤਾਂ ਉਹ ਹਜੇ ਵੀ ਹਿੰਮਤ ਰੱਖ ਕੇ ਬੈਠਾ, ਕਿੰਨੀ ਵਾਰ ਆਸ ਦਿੱਤਾ ਹੋਣਾ ਉਹਨੇ ਬਾਹਰ ਜਾਣ ਵਾਸਤੇ, ਬਟ ਕਿੰਨਾ ਪੈਸਾ ਤੇ ਟਾਈਮ ਵੇਸਟ ਕੀਤਾ। ਤੇ ਸ਼ੁਰੂਆਤ ਹੁੰਦੀ ਹੈ ਕਿਤੇ ਨਾ ਕਿਤੇ ਲੈਕ ਆਫ ਨੌਲੇਜ ਤੋਂ, ਜਾਂ ਆਪਣੀ ਇਨਵੋਲਵਮੈਂਟ ਨਾ ਹੋਣਾ ਪ੍ਰੋਸੈਸ ਦੇ ਵਿੱਚ। ਇਹ ਨਾ ਹਜੇ ਵੀ ਹੁੰਦਾ ਹੈ, ਕਿਸੇ ਵੀ ਕੰਸਲਟੈਂਟ ਜਾਂ ਕੰਮ ਬੱਚਾ ਕਰਾਉਣ ਆਉਂਦਾ, ਭਾਜੀ ਵੀਜ਼ਾ ਹੀ ਚਾਹੀਦਾ, ਬਿਲਕੁਲ
ਉਹਨੂੰ ਜਿੰਨਾ ਮਰਜ਼ੀ ਦੱਸਣ ਦੀ ਕੋਸ਼ਿਸ਼ ਕਰੋ ਇਸ ਸਟੈਪ ਤੇ ਆ ਕਰਨਾ ਹੈ ਤੇ ਉਹ ਕਰਨਾ, ਕਹਿੰਦਾ ਛੱਡੋ ਪਰਾਂ ਵੀਜ਼ਾ ਹੀ ਚਾਹੀਦਾ। ਇਹ ਨਤੀਜਾ ਸਿਰਫ ਉਹ ਇੱਕ ਲਾਈਨ ਦਾ ਹੈ, ਵੀਜ਼ਾ ਹੀ ਚਾਹੀਦਾ। ਤੇ ਜੋ ਹੁੰਦਾ ਤੁਹਾਡੇ ਸਾਹਮਣੇ ਹੈ, ਰਿਜੈਕਸ਼ਨ ਆਣਾ ਨਿਊਜ਼ੀਲੈਂਡ ਤੋਂ, ਕੈਨੇਡਾ ਬੈਨ 2019 ਚ ਉਹ ਟਾਈਮ ਸੀਗਾ ਜਦ ਐਡ ਆਂਦੀ ਸੀਗੀ GIC ਵੀ ਕੰਸਲਟੈਂਟ ਦਿੰਦਾ, ਫੀਸ ਵੀ ਕੰਸਲਟੈਂਟ ਦਿੰਦਾ, ਤੇ ਪਤਾ ਨਹੀਂ ਕਿੱਥੋਂ ਇੰਨੇ ਕਰੋੜੋਂ ਰੁਪਏ ਆਂਦੇ ਕੰਸਲਟੈਂਟ ਕੋਲ ਦੇਣ ਵਾਸਤੇ। ਤੇ ਉਸ ਟਾਈਮ ਤੇ ਬੈਨ ਦੀ ਬੜੀ ਝੜੀ ਲੱਗੀ ਹੋਈ ਸੀਗੀ। ਵੈਲ ਜਿਹੜੀ ਤੁਹਾਡੀ ਪ੍ਰੋਫਾਈਲ ਹੈ, ਜੇ ਮੈਨੂੰ ਸ਼ਾਰਟਕਟ ਦੇਖਾਂ, ਯੈਸ ਇਹਨੂੰ ਕੀਤਾ ਜਾ ਸਕਦਾ ਹੈਗਾ, ਪਰ ਇਹਦੇ ਲਈ ਡਾਕੂਮੈਂਟੇਸ਼ਨ ਜੋ ਤੁਸੀਂ ਮੈਂਸ਼ਨ ਕੀਤੇ ਉਹ ਦੇਖਣੇ ਤੇ ਪੜ੍ਹਨੇ ਬੜੇ ਜ਼ਰੂਰੀ ਹੈ, ਕਿਉਂਕਿ ਜਦ ਤੁਹਾਡਾ ਬੈਨ ਲੱਗਦਾ ਹੈ, ਤੁਹਾਨੂੰ ਰਿਫਿਊਜ਼ਲ ਆਂਦਾ ਹੈ, ਉਹ ਕਿਸੇ ਸਬ ਸੈਕਸ਼ਨਸ ਤੇ ਆਂਦਾ ਹੈ, ਲਾਈਨ 'ਚ ਨਹੀਂ ਆਂਦਾ, ਉਸ ਤੇ ਕਾਨੂੰਨ ਦੇ ਸਬ ਸੈਕਸ਼ਨ ਲਿਖੇ ਹੁੰਦੇ ਨੇ, ਉਹ ਪੜ੍ਹਨੇ ਬੜੇ ਜ਼ਰੂਰੀ ਹੈ ਬਿਫੋਰ ਉਹਨਾਂ ਦਾ ਇੱਕ ਤੋੜ ਲੱਭਿਆ ਜਾਵੇ। ਛੋਟਾ ਜਿਹਾ ਐਗਜ਼ਾਮਪਲ ਦੇਣਾ, UK ਦੇ ਵਿੱਚ ਇੱਕ ਛੋਟੇ ਜਿਹੇ ਕਲੌਜ਼ ਹੁੰਦੇ ਨੇ, ਤੁਸੀਂ ਉੱਥੇ ਜਿੰਨੇ ਮਰਜ਼ੀ ਦੇਰ ਇਲੀਗਲ ਰਹੇ ਹੋ, ਪਰ ਜੇ ਵੋਲੰਟਰੀ ਤੁਸੀਂ ਛੱਡ ਕੇ ਆਉਂਦੇ ਹੋ ਆਪਣੇ ਪੈਸਿਆਂ ਦੇ ਨਾਲ, ਤਾਂ ਉਹ 1 ਸਾਲ ਦਾ ਬੈਨ ਹੈ। ਜੇ ਤੁਹਾਨੂੰ ਉਹ ਆਪ ਵੋਲੰਟਰੀ ਛੱਡ ਕੇ ਆਉਂਦੇ ਹੋ ਪਰ ਪਬਲਿਕ ਦੇ ਪੈਸੇ ਲੱਗੇ ਹੁੰਦੇ ਆ, ਤਾਂ 2 ਸਾਲ ਦਾ ਬੈਨ ਹੈ। ਉਹ ਜਿਹੜੇ ਸਬ ਸੈਕਸ਼ਨ ਹੈ ਨਾ, ਉਹਨਾਂ ਦੀ ਟਰਾਂਸਲੇਸ਼ਨ ਬੜੀ ਜ਼ਰੂਰੀ ਹੈ। ਤਾਂ ਜਰਨਲ ਪ੍ਰੋਫਾਈਲ ਹੈ, ਤੁਸੀਂ ਡੈਫੀਨੇਟਲੀ ਕਰ ਸਕਦੇ ਹੋ। ਤੁਸੀਂ ਜੇ ਪੰਜਾਬ ਤੋਂ ਹੈਗੇ ਹੋ ਤਾਂ ESS ਦੇ ਕਿਸੇ ਵੀ ਆਫਿਸ ਜਾ ਕੇ, ਮੈਂ ਸਪੈਸੀਫਿਕਲੀ ਤੁਹਾਨੂੰ ਜਲੰਧਰ ਜਾਂ ਅੰਮ੍ਰਿਤਸਰ ਦੇ ਵਿੱਚ ਰੈਫਰ ਕਰਾਂਗਾ, ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਥੋੜਾ ਜ਼ਿਆਦਾ ਹੈ ਜੇ ਕੇਸਿਸ ਦਾ। ਜੇ ਤੁਹਾਨੂੰ ਮੇਰੇ ਨਾਲ ਗੱਲ ਕਰਨ ਦੀ ਲੋੜ ਪੈਂਦੀ ਹੈ, ਤੁਸੀਂ ਇਸ ਆਫਿਸ ਜਾ ਕੇ ਉਹਨਾਂ ਦੇ ਮੈਨੇਜਰ ਨੂੰ ਰਿਕੁਐਸਟ ਕਰ ਸਕਦੇ ਹੋ ਵੀ ਮੇਰੀ ਪ੍ਰੋਫਾਈਲ TV ਤੇ ਡਿਸਕਸ ਹੋਈ ਸੀਗੀ, ਤਾਂ ਰੋਹਿਤ ਜੀ ਨਾਲ ਗੱਲ ਕਰਾ ਦਿਓ ਤੇ ਆਲ ਬੀ ਔਨ ਦਾ ਕਾਲ ਟੂ ਡਿਸਕਸ ਯੋਰ ਪ੍ਰੋਫਾਈਲ। ਸਪਾਊਸ ਹਾਲ ਦੀ ਘੜੀ ਜਿਹੜਾ ਥੋੜਾ, ਮੈਂ ਜਸਟ ਵਾਂਟ ਟੂ ਲੈਟ ਯੂ ਨੋ, ਇਹਨੂੰ ਬਾਅਦ 'ਚ ਹੀ ਕਰਾਂਗੇ, ਬਟ ਜੇ ਗੱਲਾਂ ਬਾਤਾਂ ਦੇ ਵਿੱਚ ਤੁਹਾਡੇ ਡਾਕੂਮੈਂਟੇਸ਼ਨ ਦੇਖ ਕੇ ਕੋਈ ਰਾਹ ਨਿਕਲਦਾ ਹੋਏਗਾ, ਜੇ ਆਪਾਂ ਨਾਲ ਕਰ ਸਕਦੇ ਹਾਂ, ਤਾਂ ਮੇਰੀ ਸੁਜੈਸ਼ਨ ਰਹੇਗੀ ਨਾਲ ਹੀ ਕਰੋ, ਕਿਉਂਕਿ ਉਹ ਫਿਰ ਨਹੀਂ ਤਾਂ ਉਹ ਟਾਈਮ ਪੀਰੀਅਡ ਤੁਹਾਡਾ ਵੱਖਰੇ ਹੋਣ ਦਾ ਵੱਧ ਜਾਣਾ, ਤਾਂ ਆਪਾਂ ਇਹਨੂੰ ਕਾਗਜ਼ ਦੇਖ ਕੇ ਹੀ ਇਹਨੂੰ ਕਨਕਲੂਡ ਕਰਾਂਗੇ। ਬਟ ਯੋਰ ਪ੍ਰੋਫਾਈਲ ਇਟ ਸਰਟਨਲੀ ਯੈਸ, ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ। ਜੀ ਬਿਲਕੁਲ। ਤੇ ਜਿਵੇਂ ਇਸ ਤਰ੍ਹਾਂ ਦੀ ਆਪਾਂ ਪ੍ਰੋਫਾਈਲਸ ਦੀ ਗੱਲ ਕਰੀਏ, ਬਹੁਤ ਹੀ ਜ਼ਿਆਦਾ ਕੁਝ ਆਪਾਂ ਕਹਿ ਸਕਦੇ ਵੀਕ ਪੁਆਇੰਟਸ ਹੁੰਦੇ ਨੇ, ਤਾਂ ਕੀ ਇਹਨਾਂ ਦੇ ਉੱਪਰ ਕੰਮ ਕਰਨਾ ਬਹੁਤ ਜ਼ਿਆਦਾ ਟਫ ਜੌਬ ਹੋ ਜਾਂਦਾ? ਨਹੀਂ, ਇਹ ਐਕਚੁਅਲੀ ਜੀ ਮੇਰੇ ਵਾਸਤੇ ਬੜਾ ਇੰਟਰਸਟਿੰਗ ਹੈ, ਕਿਉਂਕਿ ਨਾਰਮਲ ਕੇਸਿਸ ਤਾਂ ਹਰ ਕੋਈ ਕੱਢ ਦਿੰਦਾ, ਜਿੱਥੇ ਆਂਦਾ ਦਿਮਾਗ ਵਰਤਿਆ ਜਾਣਾ ਜਾਂ ਜਿੱਥੇ ਆ ਕੇ ਐਕਸਪਰਟੀਜ਼ ਜਿਹਨੂੰ ਆਪਾਂ ਐਕਸਪੀਰੀਅੰਸ ਕਹਿੰਦੇ ਆ, ਉਹ ਇਹੋ ਜਿਹੇ ਕੇਸਿਸ 'ਚ ਹੀ ਲੱਗਦਾ ਹੈਗਾ। ਇਹੋ ਜਿਹੇ ਕੇਸਿਸ ਸਪੈਸੀਫਿਕਲੀ ਮੈਂ ਤੇ ਗੁਰਿੰਦਰ ਭਾਜੀ ਆਪ ਬਹਿਨੇ ਇਹਨਾਂ ਕੇਸਿਸ ਦੇ ਉੱਤੇ, ਜਿੱਥੇ ਟਾਈਮ ਤੇ ਦਿਮਾਗ ਦਾ ਕੋਈ ਪਸੀਨਾ ਵੀ ਨਿਕਲੇ, ਨਹੀਂ ਤਾਂ ਕਾਉਂਸਲਰ ਤਾਂ ਕਰ ਹੀ ਲੈਂਦੇ ਆਪਣਾ ਕੰਮ। ਬਟ ਹਾਊਐਵਰ ਇਹੋ ਜਿਹੀ ਪ੍ਰੋਫਾਈਲਾਂ ਨਾ ਅੱਜ ਦੀ ਡੇਟ ਡਰ ਜਾਂਦੀਆਂ ਨੇ। ਕਿਉਂ ਡਰ ਜਾਂਦੀਆਂ ਨੇ? ਕਿਉਂਕਿ ਉਹ ਇੰਨਾ ਕੁ ਤਾਂ ਉਹਨਾਂ ਨਾਲ ਹੋ ਗਿਆ ਧੱਕਾ ਪਿਛਲੇ 3-4 ਸਾਲਾਂ ਤੋਂ, ਇੰਨੇ ਪੈਸੇ ਲੱਗ ਗਏ, ਉਹ ਸਾਰਿਆਂ ਨੂੰ ਇੱਕੋ ਕੈਟੇਗਰੀ 'ਚ ਸ਼ੁਰੂ ਕਰ ਦਿੰਦਾ ਵੀ ਆ ਵੀ ਮਾੜਾ ਤੇ ਉਹ ਵੀ ਮਾੜਾ। ਬਟ ਅਗੇਨ ਜੇ ਮੈਂ ਸ਼ੁਰੂ 'ਚ ਕੀ ਕਿਹਾ, ਜਿਹੜਾ ਆਲਸ ਦਾ ਮੈਂ ਐਗਜ਼ਾਮਪਲ ਦਿੱਤਾ ਸੀ, ਪ੍ਰੋਸੈਸ ਨੂੰ ਸਮਝ ਕੇ ਤੁਸੀਂ ਕਿਸੇ ਚੀਜ਼ ਦੇ ਵਿੱਚ ਪਾਓਗੇ, ਤੁਹਾਨੂੰ ਅੰਡਰਸਟੈਂਡਿੰਗ ਨਾਲ ਦੀ ਨਾਲ ਆਏਗੀ ਤੇ ਇੰਟਰਸਟ ਬਣਿਆ ਰਹੇਗਾ। ਹਾਲਾਂਕਿ 4 ਕਾਗਜ਼ ਫੜਾਏ, ਆ ਫੜੋ ਜੀ, ਤੁਸੀਂ ਪੜੋ ਤੇ ਤੁਸੀਂ ਕਰੋ, ਉੱਥੇ ਫਿਰ ਆਹੀ ਕੁਝ ਹੁੰਦਾ। ਬਿਲਕੁਲ ਸਹੀ ਕਿਹਾ ਤੁਸੀਂ। ਸੋ ਕਿਸੇ ਵੀ ਤਰ੍ਹਾਂ ਦੀ ਪ੍ਰੋਫਾਈਲ ਹੋਵੇ ਤਾਂ ਤੁਸੀਂ ਜ਼ਰੂਰ ਜੋ ਹੈ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਬਸ ਤੁਹਾਨੂੰ ਜ਼ਰੂਰਤ ਹੁੰਦੀ ਹੈ ਇੱਕ ਮਾਹਿਰ ਸਲਾਹਕਾਰ ਦੀ, ਇੱਕ ਚੰਗੇ ਕੰਸਲਟੈਂਟ ਦੀ। ਸੋ ਇਸ ਲਈ ਅਸੀਂ ਇਸ ਸ਼ੋਅ ਦੇ ਜ਼ਰੀਏ ਤੁਹਾਨੂੰ ਸਹੀ ਸਲਾਹ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿਸ ਤਰੀਕੇ ਨਾਲ ਜੈਨੂਇਨ ਵੇ ਦੇ ਨਾਲ ਹੀ ਤੁਸੀਂ ਬਾਹਰ ਜਾ ਸਕਦੇ ਹੋ, ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਅਗਲੀ ਪ੍ਰੋਫਾਈਲ ਡਿਸਕਸ ਕਰਦੇ ਹਾਂ ਜੀ। ਇਹ ਜਿਹੜੇ ਨੇ, ਇਹਨਾਂ ਨੇ ਜੀ ਬੈਚਲਰ ਆਫ ਸਾਇੰਸ ਇਨ ਨਰਸਿੰਗ ਕੀਤੀ ਹੈ 2016 ਵਿੱਚ ਬਾਬਾ ਫਰੀਦ ਯੂਨੀਵਰਸਿਟੀ ਤੋਂ, ਔਰ ਆਇਲਸ ਦੀ ਗੱਲ ਕਰ ਲਈਏ ਤਾਂ ਓਵਰਆਲ ਇਹਨਾਂ ਦੇ 6.5 ਨੇ, ਲਿਸਨਿੰਗ ਵਿੱਚ 6.5 ਹੈ, ਰੀਡਿੰਗ 'ਚ 6 ਨੇ, ਰਾਈਟਿੰਗ ਵਿੱਚ ਵੀ 6 ਨੇ, ਸਪੀਕਿੰਗ 'ਚ 5.5 ਨੇ। ਵਰਕ ਐਕਸਪੀਰੀਅੰਸ ਹੈ ਕਿ ਐਜ਼ ਅ ਸਟਾਫ ਨਰਸ ਕੰਮ ਕਰ ਰਹੇ ਨੇ, ਤੇ ਇਹ ਕਨਫਿਊਜ਼ ਨੇ ਕਿ ਮੈਂ ਹੁਣ ਆਸਟ੍ਰੇਲੀਆ ਅਪਲਾਈ ਕਰਾਂ, UK ਜਾਂ ਕੈਨੇਡਾ ਅਪਲਾਈ ਕਰਾਂ। ਦੇਖੋ, ਕੈਨੇਡਾ ਵਾਸਤੇ ਤਾਂ ਕੋਰੀ ਨਾ ਹੈ ਜੀ। ਜੇ ਕੈਨੇਡਾ ਕਰਨਾ ਹੈ ਤਾਂ 6 ਬੈਂਡ ਕਰਕੇ ਕਰਨਾ ਹੈ, ਕਿਉਂਕਿ ਕੈਨੇਡਾ ਇਜ਼ ਆਲ ਅਬਾਊਟ ਡਿਪਲੋਮਾ ਪ੍ਰੋਗਰਾਮਸ, ਠੀਕ ਹੈ। ਤੇ ਡਿਪਲੋਮਾ ਪ੍ਰੋਗਰਾਮ ਦੇ ਨਾਲ ਨਾਲ ਤੁਹਾਡੇ ਬੇਸਿਕ ਪੈਰਾਮੀਟਰ ਜਿਹੜੇ ਆਇਲਸ ਲੈਂਗੁਏਜ ਪ੍ਰੋਫੀਸ਼ੀਐਂਸੀ ਵਾਲੇ ਹੁੰਦੇ ਨੇ, ਉਹਨਾਂ ਨੂੰ ਜ਼ਰੂਰ ਪੂਰਾ ਕਰਨਾ। ਵੈਰਐਜ਼ ਤੁਹਾਡੀ ਪ੍ਰੋਫਾਈਲ UK ਵਾਸਤੇ ਦੀ ਬੈਸਟ ਹੈ, ਆਸਟ੍ਰੇਲੀਆ ਵਾਸਤੇ ਸੈਕਿੰਡ ਬੈਸਟ ਕਹੂੰਗਾ, ਕਿਉਂਕਿ ਉੱਥੇ ਐਲੀਕੋਜ਼ ਲੱਗ ਸਕਦਾ ਤੁਹਾਨੂੰ, ਠੀਕ ਹੈ। ਮਾਸਟਰਸ ਵਾਸਤੇ ਨਾਰਮਲੀ ਤੁਹਾਨੂੰ 6.5 ਬੈਂਡ ਚਾਹੀਦੇ ਹੁੰਦੇ ਨੇ ਹੈਲਥ ਫੈਕਲਟੀ ਵਾਸਤੇ, ਕਿਉਂਕਿ ਤੁਸੀਂ ਹੈਲਥ ਫੈਕਲਟੀ ਨੂੰ ਬਿਲੋਂਗ ਕਰਦੇ ਹੋ। ਇਹ ਨਾਰਮਲ ਬਿਜ਼ਨਸ ਤੇ IT ਪ੍ਰੋਗਰਾਮ ਨਹੀਂ ਹੈਗਾ, ਇਟਸ ਅ ਹੈਲਥ ਫੈਕਲਟੀ। ਨਾਰਮਲੀ ਐਲੀਕੋਜ਼ ਲੱਗ ਸਕਦਾ 10 ਹਫ਼ਤਿਆਂ ਦਾ, ਉਹ ਵੀ 43 ਚੋਂ ਹਾਲ ਦੀ ਘੜੀ 5 ਜਾਂ 7 ਯੂਨੀਵਰਸਿਟੀਆਂ ਐਲੀਕੋਜ਼ ਦਿੰਦੀਆਂ ਨੇ, ਬਾਕੀ ਨਹੀਂ ਦਿੰਦੀਆਂ। ਬਾਕੀ ਐਜ਼ਿਊਮ ਕਰਦੀਆਂ ਜਾਂ ਪ੍ਰਜ਼ਿਊਮ ਕਰਦੀਆਂ ਨੇ, ਕਿਉਂਕਿ ਇੰਗਲਿਸ਼ ਸਾਡੀ ਸੈਕਿੰਡ ਲੈਂਗੁਏਜ ਹੈ। ਅਸੀਂ 12,000 ਰੁਪਏ ਖਰਚ ਕੇ ਦੁਬਾਰਾ ਇੰਗਲਿਸ਼ ਦੀ ਕੋਚਿੰਗ ਲੈ ਕੇ ਪੇਪਰ ਦੇ ਸਕਦੇ ਹਾਂ, ਸਾਨੂੰ ਲੱਖਾਂ ਲਾਉਣ ਦੀ ਕੀ ਲੋੜ ਪਈ ਹੈ ਇੰਗਲਿਸ਼ ਸਿੱਖਣ ਵਾਸਤੇ। ਤਾਂ ਉਹ GT ਦੇ ਵਿੱਚ ਇਹਨੂੰ ਕਨਕਲੂਡ ਕਰਦੇ ਨੇ। ਵੇਅਰਐਜ਼ UK ਤੁਸੀਂ ਸਿੱਧਾ ਮਾਸਟਰਸ ਆਫ ਪਬਲਿਕ ਹੈਲਥ ਵਾਲੇ ਕੋਰਸਿਸ ਜਾ ਸਕਦੇ ਹੈਗੇ ਹੋ, MBA
ਹਸਪੀਟਲ ਐਡਮਿਨਿਸਟ੍ਰੇਸ਼ਨ ਵਾਲੇ ਕੋਰਸਿਸ ਜਾ ਸਕਦੇ ਹੋ ਸੈਪਟੈਂਬਰ ਇਨਟੇਕ ਦੇ ਵਿੱਚ ਜਾਂ ਮਈ ਇਨਟੇਕ ਦੇ ਵਿੱਚ 6 ਬੈਂਡ ਕੋਈ 5.5 ਤੋਂ ਘੱਟ ਨਹੀਂ ਯੂ نو ਤਾਂ ਯੂਕੇ ਨੰਬਰ 1 ਪੈਰਾਮੀਟਰ ਰੱਖ ਲਓ, ਨੰਬਰ 2 ਤੁਸੀਂ ਆਪਣਾ ਆਸਟ੍ਰੇਲੀਆ ਰੱਖ ਲਓ, ਕੈਨੇਡਾ ਲਈ ਕੋਈ ਨਾ 6 ਬੈਂਡ ਈਚ, ਫਿਰ ਚਾਹੇ ਤੁਸੀਂ ਕੈਨੇਡਾ ਨੰਬਰ 1 ਕਰ ਲਓ, ਕੋਈ ਦਿੱਕਤ ਨਹੀਂ ਹੈ। ਜੀ ਜੀ ਅਗਲਾ ਸਵਾਲ ਜੀ ਆਸਟ੍ਰੇਲੀਆ ਦੇ ਲਈ ਆਇਆ ਹੈ। ਇਹ ਲਿਖਦੇ ਨੇ ਕਿ ਇਹਨਾਂ ਨੇ BSc ਐਗਰੀਕਲਚਰ ਕੀਤੀ ਹੈ PTU ਤੋਂ 2020 ਵਿੱਚ, ਆਇਲਸ ਸਕੋਰ ਹੈ ਜੀ ਇਹਨਾਂ ਦਾ ਓਵਰਆਲ 6.5 ਹੈ ਤੇ ਇਹ ਜਾਣਨਾ ਚਾਹ ਰਹੇ ਨੇ ਕਿ ਮੈਂ ਆਸਟ੍ਰੇਲੀਆ ਲਈ ਅਪਲਾਈ ਕਰਨਾ ਚਾਹੁੰਦਾ, ਕਿਹੜੇ ਕੋਰਸ ਔਰ ਕਿਹੜੇ ਇਨਟੇਕ ਲਈ ਅਪਲਾਈ ਕਰਾਂ। ਵੈਲ ਇਹ ਪ੍ਰੋਫਾਈਲ ਬੜੀ ਸਪੈਸੀਫਿਕ ਹੈਗੀ ਹੈ BSc ਐਗਰੀਕਲਚਰ, ਅਗੇਨ ਇਹਨਾਂ ਦੇ ਕੋਰਸਿਸ ਬੜੇ ਸਪੈਸੀਫਿਕ ਹੁੰਦੇ ਨੇ ਜੀ। ਇਹਨਾਂ ਦੇ ਕੋਰਸਿਸ ਫੂਡ ਸਾਇੰਸ, ਐਗਰੀਕਲਚਰ, ਲੈਂਡ ਐਂਡ ਬਹੁਤ ਸਾਰੇ ਚੀਜ਼ਾਂ ਨੇ। ਇੱਕ ਛੋਟਾ ਜਿਹਾ ਆਰਟੀਕਲ ਪੜ੍ਹਿਆ ਸੀਗਾ ਮੈਂ, ਉਹਦੇ ਵਿੱਚ ਕੀ ਆਇਆ ਸੀ ਵੀ ਅਗਲੇ 20 ਸਾਲਾਂ ਦੇ ਵਿੱਚ ਜਿਹੜਾ ਅਸੀਂ ਫੂਡ ਖਾਂਦੇ ਆ ਉਹਦੀ ਬੜੀ ਸਕੇਅਰਸਿਟੀ ਹੋਣ ਵਾਲੀ ਹੈ ਐਂਡ ਸਿੰਗਾਪੁਰ ਦੇ ਵਿੱਚ ਤਾਂ ਲੈਬ ਬੇਸਡ ਚਿਕਨ ਬਣਨੇ ਸ਼ੁਰੂ ਹੋ ਗਏ ਰੈਸਟੋਰੈਂਟ ਦੇ ਵਿੱਚ, ਜਿਹੜੇ ਆਰਟੀਫੀਸ਼ੀਅਲ ਚਿਕਨ ਬਣਾਉਂਦੇ ਨੇ ਲੈਬ ਦੇ ਵਿੱਚ। ਦੈਟ ਮੀਨ ਜਿਹੜੀ ਫੂਡ ਟੈਕਨੋਲੋਜੀ ਵੀ ਹੈਗੀ ਹੈ ਐਗਰੀਕਲਚਰ ਵਾਲੀ, ਉਹ ਨੈਕਸਟ ਲੈਵਲ ਤੇ ਜਾਂਦੀ ਪਈ ਹੈ। ਜੇ ਅੱਜ ਮੈਂ ਉਹਦੀ ਪੜ੍ਹਾਈ ਕਰਾਂਗਾ ਤਾਂ ਮੇਰੇ ਆਉਣ ਵਾਲੇ ਟਾਈਮ ਦੇ ਵਿੱਚ ਮੇਰੀ ਡਿਮਾਂਡ ਆਟੋਮੈਟਿਕਲੀ ਵਧੀ ਹੋਏਗੀ, ਕਿਉਂਕਿ ਜਿਹੜੇ ਸਿਚੁਏਸ਼ਨ ਹਾਲਾਤਾਂ ਦੇ ਵਿੱਚ ਦੁਨੀਆ ਨਿਕਲਦੀ ਪਈ ਹੈ, ਖੈਰ ਆਪਾਂ ਨੂੰ ਆਪਣੇ ਘਰੇ ਜਾਂ ਪਿੰਡਾਂ 'ਚ ਬੈਠੇ ਪਤਾ ਨਹੀਂ ਲੱਗਦਾ, ਪਰ ਦੁਨੀਆ ਬਹੁਤ ਸਾਰੀ ਚੀਜ਼ਾਂ ਤੇ ਬਹੁਤ ਸਾਰੀ ਚੀਜ਼ਾਂ ਸੋਚਦੀ ਪਈ ਹੈ ਤੇ ਕਰਦੀ ਪਈ ਹੈ ਤਾਂ ਕਿ ਆ ਜਿਹੜਾ ਆਉਣ ਵਾਲਾ ਟਾਈਮ ਦਾ ਬਦਲਾਵ ਉਹਨੂੰ ਪਹਿਲਾਂ ਹੀ ਐਡਰੈਸ ਕੀਤਾ ਜਾ ਸਕੇ। ਤੁਹਾਡੇ ਲਈ ਕੋਰਸਿਸ ਜਿਹੜੇ ਹੈ ਉਹ ਆਰਮਡੇਲ ਚ ਯੂਨੀਵਰਸਿਟੀ ਆਸਟ੍ਰੇਲੀਆ, ਪਰਥ ਵਿੱਚ ਹੈ ਐਂਡ ਐਡਲੇਡ ਦੇ ਵਿੱਚ ਹੈਗੀ ਹੈ। ਇਹਨਾਂ ਦੇ ਵਿੱਚ ਤੁਹਾਨੂੰ ਕੋਰਸਿਸ ਮਿਲ ਜਾਣਗੇ ਜਿਹੜੇ ਐਗਰੀਕਲਚਰ ਨਾਲ 3-4 ਸੁਪਰ ਸਪੈਸ਼ਲਾਈਜ਼ਡ ਪ੍ਰੋਗਰਾਮ ਨੇ, ਉਹ ਤੁਹਾਨੂੰ ਡੈਫੀਨੇਟਲੀ ਮਿਲ ਜਾਣਗੇ। 6.5 ਬੈਂਡ ਕੋਈ 6 ਤੋਂ ਘੱਟ ਨਹੀਂ ਹੋਣੇ ਚਾਹੀਦੇ ਐਂਡ ਤੁਸੀਂ ਜੁਲਾਈ ਇਨਟੇਕ ਵਾਸਤੇ ਅਪਲਾਈ ਕਰ ਸਕਦੇ ਹੋ। ਓਨਲੀ ਥਿੰਗ ਇਜ਼ ਐਗਰੀਕਲਚਰ ਜਦ ਤੁਸੀਂ ਕੋਰਸਿਸ ਕਰਦੇ ਹੋ ਤੁਹਾਡੇ SOP ਬੜੇ ਸਪੈਸੀਫਿਕ ਹੋਣੇ ਚਾਹੀਦੇ ਨੇ, ਜਰਨਲ SOP ਨਹੀਂ ਚਾਹੀਦੀ ਉਹਨਾਂ ਨੂੰ, ਕਿਉਂਕਿ ਤੁਹਾਡੇ ਕੋਰਸਿਸ ਵੀ ਬੜੇ ਸਪੈਸ਼ਲਾਈਜ਼ਡ ਹੁੰਦੇ ਨੇ। ਜੀ 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 ਬਿਲਕੁਲ। ਕੁੱਲ ਮਿਲਾ ਕੇ ਇੱਥੇ ਚੀਜ਼ ਆ ਜਾਂਦੀ ਹੈ ਕਿ ਕੋਰਸ ਦੀ ਸਿਲੈਕਸ਼ਨ ਨੂੰ ਲੈ ਕੇ ਸਟੂਡੈਂਟਸ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਰਹਿੰਦੀ ਹੈ। ਇੱਥੇ ਮੈਂ ਜ਼ਰੂਰ ਅਗਲੀ ਪ੍ਰੋਫਾਈਲ ਡਿਸਕਸ ਕਰਨ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਕੋਰਸ ਸਿਲੈਕਸ਼ਨ ਨੂੰ ਲੈ ਕੇ ਸਟੂਡੈਂਟਸ ਨੂੰ ਕਿੰਨਾ ਚੀਜ਼ਾਂ ਵੱਲ ਧਿਆਨ ਖਾਸ ਰੱਖਣਾ ਚਾਹੀਦਾ ਵੀ ਰਿਫਿਊਜ਼ਲ ਦਾ ਕਾਰਨ ਅਖੀਰ ਇਹ ਨਾ ਬਣੇ। ਦੇਖੋ ਬੜਾ ਸਿੰਪਲ ਜਿਹਾ ਫਾਰਮੂਲਾ ਜੀ, ਆਪਾਂ ਐਜ਼ ਐਨ ਇਨਵੈਸਟਰ ਪੈਸਾ ਉੱਥੇ ਲਾਉਂਦੇ ਆ ਜਿੱਥੇ ਮੇਰਾ ਪੈਸਾ ਵਧੇਗਾ, ਆਪਾਂ ਕਦੇ ਨੁਕਸਾਨ ਲਈ ਪੈਸਾ ਨਹੀਂ ਲਾਉਂਦੇ। ਅੱਜ ਦੀ ਐਜੂਕੇਸ਼ਨ ਪਿਛਲੇ 5 ਜਾਂ 10 ਸਾਲਾਂ ਦੀ ਐਜੂਕੇਸ਼ਨ ਤੋਂ ਬਿਲਕੁਲ ਵੱਖਰੀ ਹੈ। ਡਿਊਰਿੰਗ ਵਨ ਆਫ ਮਾਈ ਡਿਸਕਸ਼ਨ ਵਿਦ ਐਨ IT ਪ੍ਰੋਫੈਸ਼ਨਲ ਇੱਕ ਗੱਲ ਹੋਈ ਸੀ, ਮੈਂ ਕਿਹਾ ਜਦ ਅਸੀਂ ਕੰਪਿਊਟਰ ਪੜ੍ਹਨਾ ਸ਼ੁਰੂ ਕੀਤਾ ਸੀ ਨਾ, ਉਦੋਂ ਹਾਰਡਵੇਅਰ ਤੇ ਸੌਫਟਵੇਅਰ ਦੋ ਹੀ ਚੀਜ਼ਾਂ ਹੁੰਦੀਆਂ ਸੀ, ਤੀਜੀ ਚੀਜ਼ ਹੀ ਕੋਈ ਨਹੀਂ ਹੁੰਦੀ ਸੀ। ਪਰ ਅੱਜ ਕੰਪਿਊਟਰ ਦੀ ਤੁਸੀਂ ਲਾਈਨ 'ਚ ਜਾਓਗੇ ਤੁਹਾਡੇ ਕੋਲ 40 ਤਰੀਕੇ ਦੀ ਸਪੈਸ਼ਲਾਈਜੇਸ਼ਨ ਹੈ। ਬਿਲਕੁਲ ਮਾਰਕੀਟਿੰਗ ਤੱਕ ਤੁਹਾਡੀ ਕੰਪਿਊਟਰ ਤੇ ਆ ਚੁੱਕੀ ਹੈ, ਡਿਜੀਟਲ ਮਾਰਕੀਟਿੰਗ ਜਿਹਨੂੰ ਆਪਾਂ ਕਹਿੰਦੇ ਆ। ਅੱਜ ਦਾ ਟਾਈਮ ਹੈਗਾ ਸਪੈਸ਼ਲਾਈਜ਼ਡ ਪ੍ਰੋਗਰਾਮ ਦਾ, ਨਾ ਕਿ ਜੈਨਰਿਕ ਪ੍ਰੋਗਰਾਮ ਦਾ। ਅੱਜ ਜਿਹੜਾ ਯੂਥ ਆਪਣੇ ਯੂਨੀਵਰਸਿਟੀਆਂ ਤੋਂ ਨਿਕਲਦਾ ਸਿੰਪਲ BSc, ਨਾਨ ਮੈਡੀਕਲ, ਮੈਡੀਕਲ, BCom, ਸਿੰਪਲ ਸਬਜੈਕਟ, ਸਿੰਪਲ ਡਿਗਰੀਜ਼, ਬਟ ਕਿੰਨੇ ਕੁ ਬੱਚਿਆਂ ਕੋਲ ਸਪੈਸ਼ਲਾਈਜ਼ਡ ਪ੍ਰੋਗਰਾਮ ਜਾਂ ਕੋਰਸ ਕੀਤਾ ਹੈ ਜਿਹਨੂੰ ਉਹ ਕਰੀਅਰ ਕਹਿ ਸਕਦੇ ਨੇ? ਦਾ ਆਨਸਰ ਇਜ਼ ਨਨ। ਮੈਂ ਨਹੀਂ ਕੋਈ ਆਪਣੇ ਕਾਉਂਸਲਿੰਗ ਦੇਖੇ ਪਿਛਲੇ 18 ਸਾਲਾਂ ਦੇ ਵਿੱਚ ਇਸ ਹਿੱਸੇ 'ਚ ਹਿੰਦੁਸਤਾਨ ਦੇ। ਜੀ ਜੀ ਜੀ। ਹਾਊਐਵਰ ਜੇ ਆਪਾਂ ਬਾਹਰ ਪੜ੍ਹਨ ਜਾਂਦੇ ਹਾਂ ਉੱਥੇ ਤਾਂ ਟਾਈਮ ਹੀ ਸਪੈਸ਼ਲਾਈਜ਼ਡ ਕੋਰਸਿਸ ਦਾ ਹੈ। ਤੁਹਾਨੂੰ ਸਿਰਫ ਟਾਈਮ ਲਾਣਾ ਤੇ ਸਵਾਲ ਪੁੱਛਿਆ ਆਪਣੇ ਕੰਸਲਟੈਂਟ ਨੂੰ, ਸਿੰਪਲ ਜੈਨਰਿਕ ਪ੍ਰੋਗਰਾਮ ਨਾ ਦੇ ਕੇ ਮੈਨੂੰ ਤਾਂ ਸਪੈਸ਼ਲਾਈਜ਼ਡ ਪ੍ਰੋਗਰਾਮ ਦਿਓ, ਕਿਉਂਕਿ ਜੇ ਸਪੈਸ਼ਲਾਈਜ਼ਡ ਪ੍ਰੋਗਰਾਮ ਕਰਾਂਗਾ ਤਾਂ ਹੀ ਮੇਰੀ ਜੌਬ ਤੇ PR ਸਿਕਿਉਰ ਹੋਏਗੀ। ਜਰਨਲ ਕੋਰਸਿਸ ਹਮੇਸ਼ਾ ਰੁਲਣਗੇ, ਰੁਲਦੇ ਆਏ ਆ ਤਾਂ ਰੁਲਣਗੇ। ਬੜੀ ਵੱਡੀ ਸਟੇਟਮੈਂਟ ਹੈ ਪਰ ਇਹ ਫੈਕਟ ਹੈਗਾ। ਜੀ 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 ਬਿਲਕੁਲ। ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਖਾਸ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ। ਅਗਲੀ ਪ੍ਰੋਫਾਈਲ ਡਿਸਕਸ ਕਰਨਾ ਚਾਹੂੰਗੀ, ਸਾਡੇ ਕੋਲ ਸਮਾਂ ਵੀ ਘੱਟ ਰਹਿ ਗਿਆ। ਅਗਲੀ ਪ੍ਰੋਫਾਈਲ ਜਿਨ੍ਹਾਂ ਦੀ ਉਹਨਾਂ ਨੇ ਲਿਖਿਆ ਕਿ ਉਹ ਬੈਚਲਰ ਆਫ ਆਯੁਰਵੈਦਿਕ ਮੈਡੀਸਿਨ ਐਂਡ ਸਰਜਰੀ ਉਹਨਾਂ ਨੇ ਕੀਤੀ ਹੈ ਸਟੱਡੀ ਆਪਣੀ 2020 ਵਿੱਚ। ਆਇਲਸ ਸਕੋਰ ਇਹਨਾਂ ਦਾ 6.5 ਬੈਂਡ ਹੈ, ਨਾਟ ਲੈਸ ਦੈਨ 6 ਬੈਂਡ। ਔਰ ਨਾਲ ਦੀ ਨਾਲ ਅਗਰ ਇਹਨਾਂ ਦੀ ਥੋੜੀ ਇਮੀਗ੍ਰੇਸ਼ਨ ਹਿਸਟਰੀ ਦੀ ਗੱਲ ਕਰ ਲਈਏ ਤਾਂ ਇਹਨਾਂ ਨੇ ਲਿਖਿਆ ਕਿ ਇਹਨਾਂ ਦੇ ਜੋ ਸਪਾਊਸ ਨੇ ਉਹ ਨਿਊਜ਼ੀਲੈਂਡ ਨੇ ਐਂਡ ਇਹਨਾਂ ਦਾ ਜਿਹੜਾ ਵਿਜ਼ਿਟਰ ਵੀਜ਼ਾ UK ਦਾ ਉਸ ਤੇ ਰਿਫਿਊਜ਼ਲ ਆ ਚੁੱਕੀ ਹੈ ਤੇ ਪੁੱਛ ਰਹੇ ਨੇ ਕਿ ਮੈਂ ਦੁਬਾਰਾ ਤੋਂ ਹੁਣ ਸਟੂਡੈਂਟ ਵੀਜ਼ਾ ਲਈ UK ਲਈ ਅਪਲਾਈ ਕਰ ਸਕਦੀ ਹਾਂ। ਦੇਖੋ ਜੇ ਤੁਹਾਡਾ ਵਿਜ਼ਿਟਰ ਵੀਜ਼ਾ ਕੋਈ ਗਲਤ ਕਾਗਜ਼ਾਂ ਤੇ ਰਿਫਿਊਜ਼ ਨਹੀਂ ਹੋਇਆ ਸੀਗਾ, ਬੈਨ ਨਹੀਂ ਲੱਗਿਆ ਸੀ ਜਾਂ ਕੁਝ ਇਨਫੋਰਮੇਸ਼ਨ ਇਹ ਜੀ ਨਹੀਂ ਭਰੀ ਸੀ ਜਿਹੜਾ ਕਿ ਤੁਹਾਡੀ ਅੱਜ ਪ੍ਰੋਫਾਈਲ ਨੂੰ ਸਪੋਰਟ ਨਹੀਂ ਕਰਦੀ, ਤਾਂ ਚੈਲੰਜ ਆਏਗਾ। ਜੇ ਆਹੀ ਇਨਫੋਰਮੇਸ਼ਨ ਤੁਹਾਡੀ ਹਾਈ ਕਮਿਸ਼ਨ 'ਚ ਗਈ ਹੈ ਤਾਂ ਡੈਫੀਨੇਟਲੀ ਕੋਈ ਪ੍ਰੋਬਲਮ ਨਹੀਂ ਹੈਗਾ। ਸੀ ਇਹ ਬਹੁਤ ਸਾਰੇ ਮਨ ਦੇ ਵਹਿਮ ਹੁੰਦੇ ਨੇ, ਇੱਕ ਵਾਰ ਰਿਫਿਊਜ਼ ਹੋ ਗਿਆ ਦੁਬਾਰਾ ਵੀਜ਼ਾ ਨਹੀਂ ਆਉਂਦਾ। ਜੇ ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ, ਚੇਂਜ ਇਨ ਸਰਕਮਸਟੈਂਸਸ ਹੈ, ਡੈਫੀਨੇਟਲੀ ਦੁਬਾਰਾ ਵੀਜ਼ਾ ਅਪਲਾਈ ਕਰ ਸਕਦੇ ਹੋ। ਵਿਜ਼ਿਟਰ ਵੀਜ਼ਾ ਰਿਫਿਊਜ਼ ਹੋਇਆ ਜਾਂ ਹੋਰ ਕੋਈ ਵੀ ਵੀਜ਼ਾ ਰਿਫਿਊਜ਼ ਹੋਇਆ, ਇਨਫੋਰਮੇਸ਼ਨ ਸਹੀ ਗਈ ਹੈ, ਬੈਨ
ਨਹੀਂ ਲੱਗਿਆ ਤਾਂ ਵੀ ਦੁਬਾਰਾ ਕਰ ਸਕਦੇ ਹੋ। देयर इज नो रोक टोक इन नंबर ऑफ टाइम्स दैट यू कैन अप्लाई योर वीज़ा। ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੀ ਪ੍ਰੋਫਾਈਲਸ ਅਸੀਂ ਡਿਸਕਸ ਕੀਤੀਆਂ ਨੇ ਤੁਸੀਂ ਇਹਨਾਂ ਤੋਂ ਕਾਫੀ ਤੁਹਾਨੂੰ ਚੀਜ਼ਾਂ ਕਲੀਅਰ ਹੋਇਆ ਹੋਣਗੀਆਂ, ਕਿਉਂਕਿ ਜਦੋਂ ਆਪਾਂ ਪ੍ਰੈਕਟੀਕਲੀ ਕੁਝ ਗੱਲਾਂ ਡਿਸਕਸ ਕਰਦੇ ਹਾਂ ਉਸ ਤੋਂ ਕਾਫੀ ਚੀਜ਼ਾਂ ਸਮਝਣ ਨੂੰ ਮਿਲ ਜਾਂਦੀਆਂ ਨੇ। ਫਿਰ ਵੀ ਕੋਈ ਸਵਾਲ ਹੋਵੇ, ਕੋਈ ਡਾਊਟ ਹੋਵੇ ਤਾਂ ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਹੈ, ਤੁਸੀਂ ESS ਗਲੋਬਲ ਦੇ ਇਹਨਾਂ ਨੰਬਰ ਤੇ ਕਾਲ ਕਰਕੇ ਸਲਾਹ ਲੈ ਸਕਦੇ ਹੋ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਤੁਸੀਂ ਇੰਨੀ ਵਧੀਆ ਗੱਲਾਂ, ਅਹਿਮ ਜਾਣਕਾਰੀ ਔਰ ਅੱਜ ਖਾਸ ਪ੍ਰੋਫਾਈਲਸ ਅਸੀਂ ਡਿਸਕਸ ਕੀਤੀਆਂ, ਉਸ ਦੇ ਬਾਰੇ ਵੀ ਬਹੁਤ ਗੱਲਾਂ ਕਲੀਅਰ ਕੀਤੀਆਂ। ਥੈਂਕ ਯੂ ਸੋ ਮਚ ਜੀ। ਜ਼ਨਾਲੀ ਔਰ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।